ਨਾਸ਼ਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਪੁੰਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗੁਰੂ ਗਰੀਬ ਨਿਵਾਜ ਤਬ ਨਾਮ ਆਪਨ ਬਿਦਤਾਏ ਰਾਖੇ ਸੰਗ ਗਰੀਬ ਜਨ ਬਖਸ਼ਿਸ਼ ਦੇ ਵਡਿਆਏ ਗੁਰੂ ਗਰੀਬ ਨਿਵਾਜ ਤਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਪਾਵਨ ਗੁਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪਹਿਰ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਪਾਵਨ ਗੁਰਬਾਣੀ ਨਾਲ ਜੁੜ ਕਰਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਉਪਰੰਤ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਦੇ ਨਾਲ ਰਾਗੀ ਸਿੰਘਾਂ ਪਾਸੋਂ ਆਪ ਜੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੋ ਸਾਧ ਸੰਗਤ ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨ ਦਾ ਜਿੱਥੇ ਰੋਜ਼ਾਨਾ ਇਤਿਹਾਸ ਦੀ ਲੜੀ ਵਿੱਚ ਆਪ ਜੀ ਪ੍ਰਸੰਗ ਸਰਵਣ ਕਰਦੇ ਹੋ ਇਸ ਦੇ ਨਾਲ ਹੀ ਅੱਜ ਸਮੁੱਚਾ ਸੰਸਾਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਗੁਰਤਾ ਗੱਦੀ ਦਿਵਸ ਪਾਵਨ ਗੁਰਿਆਈ ਦਿਵਸ ਬੜੀ ਸ਼ਰਧਾ ਤੇ ਭਾਵਨਾ ਨਾਲ ਇਹ ਦਿਹਾੜਾ ਮਨਾ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ ਜਿੱਥੇ ਗੁਰਤਾ ਗੱਦੀ ਤੇ ਸਨ 1574 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੁਸ਼ੋਭਿਤ ਹੁੰਦੇ ਹੈ ਜਿਨ੍ਹਾਂ ਦਾ ਪਾਵਨ ਪ੍ਰਕਾਸ਼
ਸਨ 1534 ਦੇ ਅੰਦਰ ਚੂਨਾ ਮੰਡੀ ਲਾਹੌਰ ਦੀ ਧਰਤੀ ਦੇ ਉੱਪਰ ਹੋਇਆ ਹੈ। ਬਚਪਨ ਦੇ ਵਿੱਚ ਮਾਤਾ ਦਾ ਸਾਇਆ ਉੱਠ ਜਾਂਦਾ ਹੈ। 7 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸਾਥ ਵੀ ਜਾਂਦਾ ਰਹਿੰਦਾ ਹੈ। ਰਿਸ਼ਤੇਦਾਰ ਤੇ ਭੈਣ ਭਰਾ ਯਤੀਮ ਜਾਣ ਕਰਕੇ ਬੱਚੇ ਦਾ ਸਾਥ ਨਹੀਂ ਦਿੰਦੇ, ਕੋਈ ਬਾਂਹ ਪਕੜਨ ਵਾਸਤੇ ਵੀ ਤਿਆਰ ਨਹੀਂ। ਤੇ ਬਾਸਰ ਕੇ ਪਿੰਡ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੀ ਹੈ, ਉਦੋਂ ਇਹ ਨਗਰ ਅੰਮ੍ਰਿਤਸਰ ਨਹੀਂ ਸੀ ਵਸਿਆ। ਇਹ ਬਾਸਰ ਕੇ ਪਿੰਡ ਛਿਆਟਾ ਸਾਹਿਬ ਤੋਂ ਅੱਗੇ ਵਧੀਏ ਬੀੜ ਸਾਹਿਬ ਵਾਲੇ ਪਾਸੇ ਨੂੰ, ਤੇ ਉੱਥੇ ਉਸ ਪਿੰਡ ਵਿੱਚ ਨਾਨਕਾ ਪਰਿਵਾਰ ਸੀ ਗੁਰੂ ਰਾਮਦਾਸ ਜੀ ਮਹਾਰਾਜ ਦਾ। ਪਲੇਠੀ ਦੇ ਪੁੱਤਰ ਹੋਣ ਕਰਕੇ ਜੇਠਾ ਕਰਕੇ ਸਾਰੇ ਪਰਿਵਾਰ ਦੇ ਵਿੱਚ ਬੁਲਾਉਂਦੇ ਸੀ। ਤੇ ਨਾਨੀ ਉਸ ਥਾਂ ਤੋਂ ਬਾਹੋਂ ਪਕੜ ਕੇ ਲੈ ਕੇ ਆਈ। ਵੇਖਣ ਤੇ ਪੜ੍ਹਨ ਵਾਲੇ ਹੈਰਾਨ ਹੁੰਦੇ ਨੇ ਕਿ ਜਿਸ ਵਕਤ ਗਰੀਬੀ ਦੀ ਅਵਸਥਾ ਹੋਵੇ ਤੇ ਬੱਚੇ ਜਾਂ ਚੋਰੀ ਦੇ ਰਾਹ ਪੈ ਜਾਂਦੇ ਨੇ ਜਾਂ ਭੀਖ ਮੰਗਣ ਲੱਗ ਪੈਂਦੇ ਨੇ। ਪਰ ਕੁਰਬਾਨ ਜਾਈਏ ਉਸ ਨਾਨੀ ਤੋਂ, ਜਿਸ ਨਾਨੀ ਨੇ ਆਪਣੇ ਦੋਹਤੇ ਨੂੰ ਨਾ ਤੇ ਚੋਰੀ ਕਰਨ ਵਾਲੇ ਪਾਸੇ ਤੋਰਿਆ, ਨਾ ਉਹਨੇ ਭੀਖ ਮੰਗਣ ਵਾਲੇ ਪਾਸੇ ਤੋਰਿਆ। ਕਿਤੇ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਜ਼ਰੂਰ ਉਹਨੇ ਮਾਣਿਆ ਹੋਏਗਾ ਕਿ ਕਿਰਤ ਵਿਰਤ ਕਰ ਧਰਮ ਦੀ। ਉਹਨੇ ਧਰਮ ਦੀ ਕਿਰਤ ਕਰਨੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਦੇ ਬਚਨਾਂ ਤੇ ਪਹਿਰਾ ਦਿੰਦੇ ਆ। ਇੱਕ ਚੰਗੇਰ ਵਿੱਚ ਛੋਲੇ ਉਬਾਲ ਕੇ ਲੂਣ ਮਿਰਚਾਂ ਲਾ ਕੇ ਘੁੰਗਣੀਆਂ ਤਿਆਰ ਕਰਕੇ ਦੇ ਦੇਣੇ। ਉਹ ਘੁੰਗਣੀਆਂ ਵੇਚ ਕਰਕੇ ਉਸ ਉਮਰ ਵਿੱਚ ਗੁਜ਼ਾਰਾ ਕੀਤਾ। ਜਿੱਥੇ ਬਾਬਾ ਅਮਰਦਾਸ ਜੀ ਦੇ ਨਾਲ ਮੇਲ ਹੁੰਦਾ ਹੈ, ਅਜੇ ਉਹ ਗੁਰਗੱਦੀ ਤੇ ਨਹੀਂ ਸਨ ਬੈਠੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ 12 ਸਾਲ ਉਹਨਾਂ ਨੇ ਸੇਵਾ ਘਾਲੀ। ਗੁਰੂ ਅੰਗਦ ਸਾਹਿਬ ਨਾਲ ਸਾਂਝ ਪਈ ਹੈ। ਗੁਰੂ ਅਮਰਦਾਸ ਜੀ ਨੇ ਨਵਾਂ ਨਗਰ ਗੋਇੰਦਵਾਲ ਸਾਹਿਬ ਵਸਾਇਆ। ਉਸ ਨਗਰ ਦੇ ਵਿੱਚ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਨਾਲ ਲੈ ਕਰਕੇ ਗਏ, ਕਿਉਂਕਿ ਨਾਨੀ ਨੇ ਵੀ ਇਹ ਗੱਲ ਕਹਿਤੀ ਕਿ ਤੁਹਾਨੂੰ ਗੁਰੂ ਅੰਗਦ ਸਾਹਿਬ 12 ਬਖਸ਼ਿਸ਼ਾਂ ਦੇ ਕੇ ਗਏ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਕਹਿ ਕੇ ਮਾਣ ਦੇ ਗਏ ਨੇ, ਤੇ ਇਹਦਾ ਹੋਰ ਕੋਈ ਨਹੀਂ, ਇਸ ਕਰਕੇ ਬਾਂਹ ਤੁਹਾਨੂੰ ਪਕੜਾ ਰਹੀਆਂ। ਉਸ ਸਥਾਨ ਤੇ ਰਹਿ ਕੇ ਸੇਵਾ ਇਹੋ ਜੀ ਕਰਦੇ ਨੇ ਕਿ ਇੱਕ ਦਿਨ ਮਾਤਾ ਮਨਸਾ ਦੇਵੀ ਜਦੋਂ ਆਪਣੀ ਸਪੁੱਤਰੀ ਬੀਬੀ ਭਾਨੀ ਦੇ ਰਿਸ਼ਤੇ ਦੀ ਗੱਲ ਕਰਦੇ ਆ, ਤੇ ਗੁਰੂ ਅਮਰਦਾਸ ਜੀ ਪੁੱਛਦੇ ਨੇ ਕਿਹੋ ਜਿਹਾ ਵਰ ਚਾਹੀਦਾ, ਤੇ ਸਾਹਮਣੇ ਇਸ਼ਾਰਾ ਕਰਦੇ ਨੇ, ਮਿੱਟੀ ਦੀ ਟੋਕਰੀ ਚੁੱਕ ਕੇ ਜਾਂਦੇ, ਇਹੋ ਜਿਹਾ ਹੋਣਾ ਚਾਹੀਦਾ। ਉਹ ਭਾਈ ਜੇਠਾ ਜੀ ਸਨ। ਤੇ ਉਦੋਂ ਸਤਿਗੁਰਾਂ ਨੇ ਗੁਰੂ ਅਮਰਦਾਸ ਜੀ ਨੇ ਕਿਹਾ ਇਹੋ ਜਿਹਾ ਤੇ ਕੇਵਲ ਇਹੋ ਹੀ ਹੈ। ਕਈ ਇਤਿਹਾਸਕਾਰਾਂ ਜ਼ਿਕਰ ਕੀਤਾ, ਮਾਤਾ ਜੀ ਨੇ ਗੱਲ ਵੀ ਕਹੀ, ਵੇਖੋ ਇਹਦੇ ਕੱਪੜੇ ਵੇਖੋ, ਇਹਦੇ ਭੈਣ ਭਰਾ ਪਰਿਵਾਰ ਕੌਣ ਹੈ, ਇਹ ਖਵਾਏਗਾ ਕੀ। ਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਜੋ ਸਾਨੂੰ ਨਜ਼ਰ ਆਉਂਦਾ ਹੈ ਅੱਜ ਤੁਹਾਨੂੰ ਲੱਗਦਾ ਹੈ ਇਹ ਆਪਣੇ ਪ੍ਰਸ਼ਾਦੇ ਦਾ ਪ੍ਰਬੰਧ ਤੇ ਸਾਡੀ ਬੱਚੀ ਨੂੰ ਕੀ ਪ੍ਰਬੰਧ ਕਰਾਏਗਾ। ਚੇਤੇ ਰੱਖਿਓ, ਸਮਾਂ ਸਾਨੂੰ ਨਜ਼ਰ ਆਉਂਦਾ ਹੈ, ਆਉਣ ਵਾਲੇ ਸਮੇਂ 'ਚ ਦੁਨੀਆ 'ਚ ਕਿਤੇ ਕੋਈ ਭੁੱਖਾ ਸੌਏਗਾ, ਪਰ ਇਹਦੇ ਘਰ 'ਚ ਕੋਈ ਭੁੱਖਾ ਨਹੀਂ ਸੌਏਗਾ। ਇਹਦੇ ਨਾਲ ਰਿਸ਼ਤੇ ਨਾਤੇ ਦੀ ਕਿਹੜੀ ਗੱਲ ਕਰਦੇ ਹੋ, ਜਿਹੜੇ ਰਿਸ਼ਤੇ ਨਾਤਿਆਂ ਦੀ ਤੁਸੀਂ ਦੁਨੀਆ ਦੇ ਵਿੱਚ ਦੁਹਾਈ ਪਾਉਂਦੇ ਹੋ। ਚੇਤੇ ਰੱਖੋ, ਇਹਦੇ ਬਚਨਾਂ ਤੋਂ ਬਗੈਰ ਦੁਨੀਆ 'ਚ ਕਿਸੇ ਦਾ ਰਿਸ਼ਤਾ ਵੀ ਨਹੀਂ ਹੋਏਗਾ। ਅੱਜ ਸਿੱਖ ਦੇ ਰਿਸ਼ਤੇ ਆਨੰਦ ਕਾਰਜ ਰਾਹੀਂ ਜਦੋਂ ਜੁੜਦੇ ਹੈ, ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਜੁੜਦੇ। ਕੱਪੜੇ ਕੀ ਪਵਾਏਗਾ, ਦੁਨੀਆ ਦਾ ਸਭ ਤੋਂ ਕੀਮਤੀ ਵਸਤਰ ਸਾਹਿਬ ਕਹਿੰਦੇ ਇਹਦੇ ਘਰ ਦਾ ਸ਼ਿੰਗਾਰ ਹੋਏਗਾ। ਜੇ ਲੱਖਾਂ ਰੁਪਏ ਦੇ ਰੁਮਾਲਾ ਸਾਹਿਬ ਦੇ ਰੂਪ ਵਿੱਚ ਗੁਰੂ ਘਰ ਦੀ ਸ਼ੋਭਾ ਵਧਾਉਣ ਵਾਲੇ ਇਹ ਵਸਤਰ ਚੜ੍ਹਦੇ ਨੇ, ਤੇ ਲੈਣਾ ਲੰਮੀਆਂ ਲੱਗੀਆਂ, ਜਿਹੜਾ ਇੱਕ ਵਾਰ ਚੜ੍ਹ ਜਾਂਦਾ ਦੁਬਾਰਾ ਨਹੀਂ ਚੜ੍ਹਦਾ। ਬੀਬੀ ਭਾਨੀ ਨਾਲ ਆਨੰਦ ਕਾਰਜ ਵੀ ਹੋਇਆ, ਪਰ ਆਪਣੇ ਆਪ ਨੂੰ ਜਵਾਈ ਬਣ ਕੇ ਨਹੀਂ, ਸੇਵਕ ਬਣ ਕੇ ਸੇਵਾ ਕਰਦੇ। ਨੇਮ ਨਾਲ ਸੇਵਾ ਕਰਦਿਆਂ ਕਈ ਦਿਨ ਹੋਏ। ਇੱਕ ਦਿਨ ਭਾਈ ਬੱਲੂ ਨੂੰ ਗੁਰੂ ਅਮਰਦਾਸ ਜੀ ਨੇ ਪੁੱਛਿਆ, ਭਾਈ ਜੇਠਾ ਨਜ਼ਰ ਨਹੀਂ ਆਉਂਦਾ। ਤੇ ਕਹਿਣ ਲੱਗੇ ਨਜ਼ਰ ਕਿਵੇਂ ਆਵੇ, ਸੰਗਤ ਦੀ ਸੇਵਾ 'ਚ ਹੀ ਦਿਨ ਰਾਤ ਜੁੜੇ ਰਹਿੰਦੇ ਨੇ। ਕਹਿੰਦੇ ਲੰਗਰ ਤਿਆਰ ਕਰਦੇ ਨੇ, ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਪਿਆਰ ਨਾਲ ਛਕਾਉਂਦੇ ਨੇ, ਜਲ ਛਕਾਉਂਦੇ ਨੇ, ਹਵਾ ਕਰਦੇ ਨੇ, ਪੱਖਾ ਝੱਲਦੇ ਆ, ਬਾਣੀ ਪੜ੍ਹਦੇ ਨੇ, ਬਾਣੀ ਸੁਣਾਉਂਦੇ ਨੇ, ਦਿਨ ਰਾਤ ਸੇਵਾ ਵਿੱਚ ਜੁੜੇ ਰਹਿੰਦੇ ਆ। ਕਹਿੰਦੇ ਦੇਗ ਤਿਆਰ ਕਰਦੇ ਆਹਾਰਾ, ਸੰਗਤ ਕੋ ਬਿਠਾਏ, ਇੱਕ ਸਾਰਾ ਸ਼ੀਤਲ ਜਲ ਕੋ ਭਰ ਭਰ ਲਿਆਵੇਂ, ਬੂਝ ਬੂਝ ਸੰਗਤ ਕੋ ਪਿਆਵੇਂ, ਬਾਂਛਰ ਸਿੱਖਿਅਨ ਸੋ ਦੈਬੋ ਕਰੇ, ਕਰ ਮੈਂ ਗਏ ਬੀਜ ਨਾ ਫੇਰ, ਵਾਯੂ ਕਰਤ ਉਸਨ ਬਹੁ ਹੇਰ। ਇਦਾਂ ਕਹਿੰਦੇ ਬੀਜ ਨਾ ਹਵਾ, ਪੱਖਾ ਫੜ ਕੇ ਹਵਾ ਵੀ ਕਰਦੇ। ਸੇਵਾ ਦੀ ਜਦੋਂ ਗੱਲ ਕਹੀ ਤੇ ਸੁਭਾਵਕ ਹੀ ਗੁਰੂ ਅਮਰਦਾਸ ਜੀ ਕਹਿਣ ਲੱਗੇ, ਜਿਨ ਸੰਗਤ ਕੀ ਐਮ ਸੇਵਾ ਕਰੀ। ਜਿਹੜਾ ਸੰਗਤ ਦੀ ਇਦਾਂ ਪਿਆਰ ਨਾਲ ਸੇਵਾ ਕਰਦਾ ਹੈ, ਸੰਗਤ ਦੀ ਸੇਵਾ ਨਾਲ ਰਾਹੀਂ ਸਾਡੇ ਨਾਲ ਪਿਆਰ ਪਾ ਲੈਂਦਾ ਹੈ। ਹਮਰੇ ਹਿਤਿਮ ਪ੍ਰੀਤੀ ਧਰੀ, ਦੁਰਲਭ ਪਦਾਰਥ ਹੋਏ ਨਾ ਕੋਈ। ਸੇਵਾ ਕਰਨ ਵਾਲਾ, ਸੰਗਤ ਦੇ ਰਾਹੀਂ ਗੁਰੂ ਨਾਲ ਪਿਆਰ ਕਰਨ ਵਾਲਾ,
ਕਹਿੰਦਾ ਉਹਦੇ ਘਰ 'ਚ ਕੋਈ ਪਦਾਰਥ ਦੁਰਲਭ ਨਹੀਂ ਰਹਿੰਦਾ। ਨੌ ਨਿਧ ਸਿੱਧ ਪਾਏ ਹੈ ਸੋਏ ਰਿੱਧੀਆਂ ਸਿੱਧੀਆਂ, ਉਹਦੇ ਘਰ ਦਾ ਸ਼ਿੰਗਾਰ ਬਣ ਜਾਂਦੀਆਂ, ਦਾਸੀਆਂ ਬਣ ਜਾਂਦੀਆਂ ਨੇ। ਕਹਿੰਦੇ ਇਹਦੇ ਘਰ ਵਿੱਚ ਤੋਟ ਕੋਈ ਨਹੀਂ ਆਏਗੀ। ਸੇਵਾ ਕਰਦੇ ਨੇ ਦਿਨ ਰਾਤ। ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਮੋਹਨ ਜੀ ਨੂੰ ਬੁਲਾਇਆ, ਆਪਣੇ ਵੱਡੇ ਜਵਾਈ ਭਾਈ ਰਾਮਾ ਜੀ ਨੂੰ ਬੁਲਾਇਆ, ਭਾਈ ਜੇਠਾ ਜੀ ਨੂੰ ਬੁਲਾ ਕੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੇ ਨੇੜੇ ਥੜਾ ਬਣਾਉਣ ਦੇ ਵਾਸਤੇ ਕਹਿੰਦੇ ਆ। ਜਦੋਂ ਥੜੇ ਦੀ ਗੱਲ ਆਈ ਤੇ ਬਾਬਾ ਮੋਹਨ ਜੀ ਸੋਚਦੇ ਨੇ ਕਿ ਥੜੇ ਬਣਾਉਣ ਦੀ 2 ਤੇ ਅੱਗੇ ਬਣ ਜਾਣੇ, 3 ਦੀ ਕੀ ਲੋੜ ਹੈ, ਇਸ ਕਰਕੇ ਉਹ ਪਹਿਲਾਂ ਹੀ ਪਾਸੇ ਹੋ ਗਏ। ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਥੜਾ ਬਣਾਉਂਦੇ ਆ। ਸਤਿਗੁਰੂ ਸ਼ਾਮ ਨੂੰ ਜਦੋਂ ਢਵਾ ਦਿੰਦੇ ਆ ਤੇ ਕਹਿੰਦੇ ਠੀਕ ਨਹੀਂ ਬਣਿਆ, ਦੂਜੇ ਦਿਨ ਫੇਰ ਤਿਆਰ ਕੀਤਾ ਜਾਂਦਾ ਹੈ, ਫੇਰ ਢਵਾ ਦਿੰਦੇ, ਠੀਕ ਨਹੀਂ ਬਣਿਆ, ਤੀਜੇ ਦਿਨ ਫੇਰ ਬਣਾਇਆ ਜਾਂਦਾ ਹੈ। ਸ਼ਾਮਾਂ ਨੂੰ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਥੜੇ ਠੀਕ ਨਹੀਂ ਬਣਾਏ। ਤੇ ਜਦੋਂ ਭਾਈ ਰਾਮਾ ਜੀ ਦਾ ਤੜਾਉਂਦੇ, ਕਹਿੰਦੇ ਸਤਿਗੁਰੂ ਜਿੱਦਾਂ ਦਾ ਕਹਿੰਦੇ ਉਦਾਂ ਦਾ ਹੀ ਬਣ ਰਿਹਾ, ਤੁਸੀਂ ਬਜ਼ੁਰਗ ਹੋ ਗਏ ਹੋ, ਤੁਹਾਨੂੰ ਭੁੱਲ ਜਾਂਦਾ ਹੈ, ਥੜਾ ਬਿਲਕੁਲ ਠੀਕ ਬਣਿਆ। ਪਰ ਅੱਗੋਂ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਵਿੱਚ ਥੜਾ 7 ਬਚਨ ਕਹਿ ਕੇ ਤੋੜ ਦਿੰਦੇ ਆ। ਕਹਿੰਦੇ 7 ਵਾਰ ਥੜਾ ਜਿਹੜਾ ਸੀ ਸਤਿਗੁਰੂ ਪਾਤਸ਼ਾਹ ਨੇ ਤੁੜਵਾਇਆ। ਤੇ ਜਿੰਨੀ ਵਾਰ ਤੜਵਾਉਂਦੇ ਨੇ ਸਤਿਗੁਰਾਂ ਦੇ ਚਰਨਾਂ 'ਚ ਅਖੀਰ 'ਚ ਝੁਕ ਕੇ ਕਹਿੰਦੇ ਪਾਤਸ਼ਾਹ ਇਹ ਮੇਰੇ ਵਿੱਚ ਸਮਰੱਥਾ ਨਹੀਂ, ਮੈਂ ਤੇਰੇ ਹੁਕਮਾਂ ਤੇ ਪਹਿਰਾ ਦੇ ਸਕਾਂ, ਤੂੰ ਦੱਸਦਾ ਏ ਮੈਥੋਂ ਭੁੱਲ ਹੋ ਜਾਂਦੀ ਹੈ। ਬਿਸਰ ਜਾਤ ਹਮਰੀ ਮੱਤ ਥੋੜੀ, ਮੇਰੀ ਮੱਤ ਥੋੜੀ ਹੈ, ਮੈਂ ਭੁੱਲ ਜਾਣਾ, ਤੂੰ ਤੇ ਬੜਾ ਮਹਾਨ ਹੈ। ਹਮ ਮਤ ਮੰਦ ਸਕੈ ਨਹਿ ਜਾਨ, ਤਉ ਕਿਰਪਾ ਤੁਮ ਕਰੋ ਮਹਾਨ। ਬਿਸਰ ਜਾਤ ਹਮਰੀ ਮੱਤ ਥੋੜੀ, ਬਖਸ਼ੋ ਖਤਾ ਆਪ ਅਬ ਮੋਰੀ, ਸਾਡੀਆਂ ਭੁੱਲਾਂ ਬਖਸ਼, ਤੂੰ ਆਪ ਹੀ ਵਿੱਚ ਵਰਤੇ ਤੇ ਇਹ ਥੜਾ ਬਣ ਸਕਦਾ। ਉਹ ਕੇਵਲ ਦੁਨਿਆਵੀ ਬੈਠਣ ਵਾਲੇ ਨਹੀਂ, ਉਹ ਥੜਾ ਵੇਖਣਾ ਚਾਹੁੰਦੇ ਸੀ ਜਿੱਥੇ ਗੁਰੂ ਜੋਤ ਨੇ ਟਿਕਣਾ। ਹਰ ਪੱਖ ਤੋਂ ਨਿਮਰਤਾ, ਹੁਕਮ ਮੰਨਣ ਦੀ ਘਾਲਣਾ, ਸੇਵਾ ਸਿਮਰਨ ਦੀ ਘਾਲਣਾ ਵਿੱਚ ਯੋਗ ਵੇਖ ਕੇ ਅੱਜ ਦੇ ਦਿਹਾੜੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਸੀਸ ਝੁਕਾ ਕੇ ਬਾਬਾ ਬੁੱਢਾ ਸਾਹਿਬ ਰਾਹੀਂ ਗੁਰਤਾ ਗੱਦੀ ਦੀ ਰਸਮ ਮਰਿਆਦਾ ਨਿਭਾ ਕੇ ਤੇ ਗੁਰੂ ਰੂਪ ਦੇ ਵਿੱਚ ਸਥਾਪਿਤ ਕਰ ਦਿੱਤਾ। ਭੱਟ ਸਾਹਿਬਾਨ ਵੀ ਬਖਸ਼ਿਸ਼ ਕਰਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਮ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਡੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬੈਠਦੇ ਐ ਤੇ ਨਿਮਰਤਾ ਵੇਖੋ। ਇਤਿਹਾਸ ਕਹਿੰਦਾ ਹੈ ਕਿ ਨਿਮਾਣੇ ਹੋ ਕੇ ਗੁਰੂ ਅਮਰਦਾਸ ਦੇ ਚਰਨਾਂ 'ਚ ਭਾਵੁਕ ਹੋ ਕੇ ਬੇਨਤੀ ਕਰਦੇ, ਦਾਤਾ ਤੂੰ ਆਪ ਜਾਣਦਾ ਮੈਂ ਲਾਹੌਰ ਦੀਆਂ ਗਲੀਆਂ ਵਿੱਚ ਕੱਖਾਂ ਵਾਂਗ ਰੋਲਣ ਵਾਲਾ ਸੀ, ਪਰ ਮੈਨੂੰ ਰੁਲਦੇ ਹੋਏ ਨੂੰ ਬਾਹੋਂ ਪਕੜ ਕੇ ਅੱਜ ਤੂੰ ਕੇਵਲ ਸੀਨੇ ਨਾਲ ਹੀ ਨਹੀਂ ਲਾਇਆ, ਫਰਸ਼ ਤੋਂ ਚੁੱਕ ਕੇ ਅਰਸ਼ਾਂ ਤੱਕ ਪਹੁੰਚਾ ਦਿੱਤਾ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਸਮੁੱਚਾ ਸੰਸਾਰ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਵਿੱਚ ਜਦੋਂ ਨਤਮਸਤਕ ਹੁੰਦਾ ਹੈ, ਇਹ ਪ੍ਰਤੱਖ ਕਰਾਮਾਤ ਹੈ ਗੁਰੂ ਨਾਨਕ ਦੇ ਘਰ ਦੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਪੂਰੀ ਹੋਈ ਕਰਾਮਾਤ। ਇਹ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਜਿਨ੍ਹਾਂ ਨੇ 30 ਰਾਗਾਂ ਵਿੱਚ ਬਾਣੀ ਉਚਾਰੀ, 22 ਵਾਰਾਂ ਵਿੱਚੋਂ 8 ਵਾਰਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਸੰਗਤਾਂ ਇਸ ਅਸਥਾਨਾਂ ਤੇ ਜੁੜ ਕੇ, ਜਿੱਥੇ 30 ਅਕਤੂਬਰ ਨੂੰ ਗੁਰਪੁਰਬ ਬੜੀ ਸ਼ਰਧਾ ਸਤਿਕਾਰ ਨਾਲ ਮਨਾ ਰਹੀਆਂ, ਐਸੇ ਮਹਾਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਅੱਜ ਗੁਰਤਾ ਗੱਦੀ ਪੁਰਬ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਉਹਨਾਂ ਦੇ ਬਚਨਾਂ ਤੇ ਤੁਰਨ ਦਾ ਸਾਨੂੰ ਸਾਰਿਆਂ ਨੂੰ ਵੱਲ ਬਖਸ਼ਿਸ਼ ਕਰਨ। ਆਓ ਉਸੇ ਦਰ ਘਰ ਦੇ ਇਤਿਹਾਸ ਵਿੱਚੋਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ, ਇੱਕ ਵਾਰ ਸਾਰੇ ਬੋਲੀਏ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਨਾਂ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਆਪ ਜੀ ਪ੍ਰਸੰਗ ਸਰਵਣ ਕਰ ਰਹੇ ਸੀ ਕਿ 5ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀਰ ਰਸੀ ਰੂਪ ਵਿੱਚ 6ਵੇਂ ਪਾਤਸ਼ਾਹ ਸਾਰੀ ਮਰਿਆਦਾ ਨਿਭਾਉਂਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਤਖਤ ਦੇ ਉੱਪਰ ਮੀਰੀ ਪੀਰੀ ਦੇ ਮਾਲਕ ਬਣ ਕੇ ਬਿਰਾਜਦੇ ਆ। ਆਪਣੇ ਕੋਲ ਆਉਣ ਵਾਲੀ ਸੰਗਤ ਨੂੰ ਪ੍ਰੇਰਨਾ ਦੇ ਕੇ ਸ਼ਸਤਰ ਲੈ ਕੇ ਆਉਣ ਵਾਸਤੇ ਕਹਿੰਦੇ ਨੇ, ਘੋੜਿਆਂ ਦੀ ਭੇਟਾ ਮੰਗਦੇ ਆ, ਚੰਗੀ ਜਵਾਨੀ ਦੀ ਭੇਟਾ ਮੰਗਦੇ, ਕਮਜ਼ੋਰੀ ਛੱਡ ਕੇ ਤੇ ਸਤਿਗੁਰੂ ਪਾਤਸ਼ਾਹ ਵੀਰ ਰਸੀ ਰੂਪ ਦੇ ਵਿੱਚ ਜੀਵਨ ਤਿਆਰ ਕਰਨ ਦੀ ਪ੍ਰੇਰਨਾ ਦਿੰਦੇ ਆ। ਇੱਥੇ ਹੀ ਸਤਿਗੁਰੂ ਪਾਤਸ਼ਾਹ ਦੇ ਕੋਲ ਢਾਡੀ ਅਬਦੁੱਲਾ ਵੀ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ। ਜਿਹੜੇ ਢਾਡੀ ਪਹਿਲਾਂ ਲੋਕਾਂ ਦੇ ਬੂਹਿਆਂ ਤੇ ਖੜ ਕੇ ਮੰਗਦੇ ਸਨ, ਪਰ ਇਹ ਗੁਰੂ ਘਰ ਦੇ ਵਿੱਚ ਏਡਾ ਵੱਡਾ ਮਾਣ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਆ
ਇਹ ਵੀਰ ਰਸੀ ਯੋਧਿਆਂ ਦੀਆਂ ਵਾਰਾਂ ਦਿਲ ਖਿੱਚਵੀਂ ਆਵਾਜ਼ ਵਿੱਚ ਸੁਣਾ ਕਰਕੇ ਅੰਦਰ ਧਰਮ ਯੁੱਧ ਦਾ ਚਾਅ ਪੈਦਾ ਕਰ ਦਿੰਦੇ ਸਨ। ਜਦੋਂ ਇਹੋ ਸੂਰਮਿਆਂ ਦਾ ਇਤਿਹਾਸ ਸੁਣਾਉਂਦੇ ਸੀ, ਸਤਿਗੁਰਾਂ ਨੇ ਢਾਡੀਆਂ ਨੂੰ ਇਹ ਮਾਣ ਬਖਸ਼ਿਸ਼ ਕੀਤਾ। ਇਸ ਸਥਾਨ ਤੇ ਸੰਗਤਾਂ ਆਉਂਦੀਆਂ ਨੇ, ਬਹੁਤ ਸਾਰੇ ਨੌਜਵਾਨ ਆਪਣੀ ਜਵਾਨੀ ਭੇਟ ਕਰਕੇ ਇਹ ਧਰਮ ਦੀ ਫੌਜ ਵਿੱਚ ਸ਼ਾਮਲ ਹੋਣ ਲੱਗ ਪੈਂਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਕਦੀ ਸ਼ਸਤਰ ਨਹੀਂ ਸੀ ਵੇਖੇ, ਉਹਨਾਂ ਦੇ ਹੱਥ ਵਿੱਚ ਸ਼ਸਤਰ ਪਕੜਾਉਂਦੇ ਹੈ। ਜਿਹੜੇ ਘੋੜਿਆਂ ਦੀ ਸਵਾਰੀ ਕਰਨ ਦੀ ਕੇਵਲ ਸੋਚ ਹੀ ਸੋਚਿਆ ਕਰਦੇ ਸਨ, ਉਹਨਾਂ ਦੀ ਸੁਪਨੇ ਸਾਕਾਰ ਕਰਕੇ ਘੋੜਿਆਂ ਦੇ ਸ਼ਾਹ ਸਵਾਰ ਬਣਾ ਦਿੰਦੇ ਹੈ, ਸ਼ਸਤਰ ਧਾਰੀ ਬਣਾਉਂਦੇ ਨੇ। ਇਹੋ ਜਿਹੇ ਬਹਾਦਰ ਜਿਨ੍ਹਾਂ ਦੀ ਅਵਸਥਾ ਸੀ, ਚਿੜੀ ਉੜੇ ਡਰ ਸੇ ਮਰ ਜਾਏ, ਇਨ ਤੁਰਕਨ ਸੇ ਕੈਸੇ ਲੜ ਪਾਏ। ਕਹਿੰਦੇ ਇਹਨਾਂ ਨਾਲ ਕਿਵੇਂ ਲੜਾਂਗੇ? ਕਹਿੰਦੇ ਜਿਨ੍ਹਾਂ ਦੀ ਹਾਲਾਤ ਥਰ ਥਰ ਕੰਬਦੀ ਸੀ ਤੁਰਕਾਂ ਦੇ ਨਾਂ ਤੋਂ, ਉਹਨਾਂ ਦੇ ਅੰਦਰ ਇਹੋ ਜਿਹੀ ਜੁਰਤ ਭਰਦੇ ਨੇ ਜਿਨ੍ਹਾਂ ਦੇ ਖਿਆਲ ਬਣ ਜਾਂਦੇ ਨੇ, ਧਰ ਲੂੰਗਾ ਅਬ ਏਕ ਏਕ ਕੋ ਸ਼ਮਸ਼ੀਰ ਕੇ ਆਗੇ, रख दूंगा दिल जिगर सीना चीर के आगे, दुनिया तो झुकती है तकदीर के आगे, ये तकदीर भी झुक जाएगी मेरी शमशीर के आगे। इदां दा जीवन बदलदे किवें प्रसंग अगे सतगुरु पातशाह दे इतिहास दे चलदे है, किवें सतगुरु पातशाह दे दर घर श्री अमृतसर साहिब दी धरती ते ये वीर रसी खेडां खेडदे ने। वो सतगुरां दा इतिहास सरवण करन तो पहलां जिन्ने गुरु के दीवान हाल दे विच बैठे आ ਜਾਂ ਸੋਸ਼ਲ ਮੀਡੀਆ ਟੀਵੀ ਚੈਨਲ ਰਾਹੀਂ ਦੇਸ਼ ਵਿਦੇਸ਼ ਤੋਂ ਸਰਵਣ ਕਰ ਰਹੇ ਹਾਂ, ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ गुरु गरीब निवाज तब नाम अपन बिदताए। सारी दुनिया संगत जी गुरु नूं कहंदी है गुरु गरीब निवाज, जिहड़ा गरीबां नूं निवाजदा है, जिहदा कोई ना होवे चेते रखिओ ओहदा गुरु है। जिहड़ा बंदा निमाणा बन के आ जाए गुरु ओहनूं माण बख्शिश करदा है, निताणे नूं ताण बख्शिश करदा। कहंदे इस तरह सतगुरु पातशाह दे दर घर दे विच जिथे गरीबां नूं माण मिलण लग पिया, गरीबां नूं सत्कार मिलण लग पिया, रुलदे फिरदे होए बंदे शस्त्र धारी हो के योधियां दा जीवन प्राप्त करते हैं। ते सतगुरु पातशाह दा एक नाम जगत विच इदां प्रगट हुंदा है ते सारे गुरु नूं हुण कहण लग पे गुरु गरीब निवाज। सारे आखो हाँ सारे धन गुरु गरीब निवाज। इदां जगत विच गुरु दा नाम हुण इह वी प्रगट होया है। राखे संग गरीब जन बख्शिश दे वडियाए। क्यों? जिन्हां गरीबां नूं कोई पुछदा नहीं सी, ਉਹਨਾਂ ਗਰੀਬਾਂ ਤੇ ਸਤਿਗੁਰਾਂ ਨੇ ਤਰਸ ਕੀਤਾ, ਉਹਨਾਂ ਨੂੰ ਆਪਣੇ ਨਾਲ ਰੱਖਿਆ। ਵੇਖੋ ਦੋ ਡੰਗ ਦੇ ਪ੍ਰਸ਼ਾਦੇ ਨਹੀਂ ਸੀ ਮਿਲਦੇ, ਲੰਗਰ ਮਿਲਣ ਲੱਗ ਪਿਆ। ਜਿਨ੍ਹਾਂ ਦੇ ਤਨ ਤੇ ਕੱਪੜੇ ਪਹਿਨਣ ਵਾਸਤੇ ਪ੍ਰਬੰਧ ਨਹੀਂ ਸੀ, ਕੱਪੜੇ ਮਿਲਣ ਲੱਗ ਪਏ, ਸ਼ਸਤਰ ਮਿਲਦੇ ਨੇ, ਵਸਤਰ ਮਿਲਦੇ ਨੇ, ਘੋੜੇ ਮਿਲਦੇ ਨੇ। ਤੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਧਨ ਪਦਾਰਥ ਦੇ ਕੇ ਵੀ ਉਹਨਾਂ ਨੂੰ ਭਰਪੂਰ ਕਰਦੇ। ਇਸ ਤਰ੍ਹਾਂ ਸਤਿਗੁਰੂ ਬਖਸ਼ਿਸ਼ਾਂ ਦਿੰਦੇ ਨੇ, ਵਡਿਆਈਆਂ ਤੇ ਮਾਣ ਬਖਸ਼ ਕੇ ਗਰੀਬ ਨਵਾਜ ਰੂਪ ਵਿੱਚ ਪ੍ਰਗਟ ਹੁੰਦੇ ਹਨ। ਚੌਪਈ ਵਿਦਿਆ ਸ਼ਸਤਰਨ ਕੀ ਬਹੁ ਪਾਈ। ਜਿਹੜੇ ਸਿੱਖ ਸਤਿਗੁਰਾਂ ਦੇ ਕੋਲ ਆਉਂਦੇ ਨੇ, ਸਤਿਗੁਰੂ ਜੀ ਸਿੱਖਾਂ ਨੂੰ ਪਹਿਲਾਂ ਸ਼ਸਤਰਾਂ ਦਾ ਹੀ ਵਿਦਿਆ ਦਿੰਦੇ ਆ। ਦੇਖੋ ਗੁਰੂ ਘਰ ਦੇ ਵਿੱਚ ਹਰ ਪ੍ਰਕਾਰ ਦੀ ਵਿਦਿਆ ਦੇ ਵਿੱਚ ਨਿਪੁੰਨ ਕਰਾਇਆ ਜਾਂਦਾ ਹੈ। ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਸਾਰੀ ਦੁਨਿਆਵੀ ਵਿਦਿਆ ਦਿੰਦੇ ਹਾਂ, ਪਰ ਮਾਰਸ਼ਲ ਆਰਟ ਵੀ ਬੱਚਿਆਂ ਨੂੰ ਸਿਖਾਉਣੀ ਸਾਡਾ ਫਰਜ਼ ਬਣ ਜਾਂਦਾ ਹੈ। ਬਹੁਤ ਸਾਰੇ ਦੁਨੀਆ ਦੇ ਨਿੱਕੇ ਨਿੱਕੇ ਦੇਸ਼ ਨੇ, ਇਜ਼ਰਾਈਲ ਵਰਗੇ, ਜਿੱਥੇ ਬੱਚਾ ਬੱਚਾ ਫੌਜ ਦੇ ਵਿੱਚ ਭਰਤੀ ਹੁੰਦਾ ਹੈ, ਭਾਵੇਂ ਕੁਝ ਸਮੇਂ ਵਾਸਤੇ ਹੁੰਦਾ ਹੈ। ਤੇ ਸਿੱਖ ਕੌਮ ਤੇ ਹੈ ਹੀ ਗੁਰੂ ਸਾਹਿਬ ਨੇ ਮਾਰਸ਼ਲ ਕੌਮ ਪੈਦਾ ਕੀਤੀ ਹੋਈ ਹੈ। ਇਸ ਕਰਕੇ ਦੁਨਿਆਵੀ ਵਿਦਿਆ ਦੇ ਨਾਲ ਸ਼ਸਤਰ ਵਿਦਿਆ ਇਹ ਸਿੱਖਣੀ, ਇਹ ਵੀ ਵਿਦਿਆ ਦਾ ਇੱਕ ਹਿੱਸਾ ਹੈ। ਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਉਹ ਸ਼ਸਤਰ ਜਿਨ੍ਹਾਂ ਤੋਂ ਲੋਕ ਡਰਦੇ ਸੀ ਕਿ ਨੰਗੀ ਕਰਦ ਵੀ ਜਿਨ੍ਹਾਂ ਹੱਥ 'ਚ ਨਹੀਂ ਸੀ ਪਕੜੀ, ਉਹਨਾਂ ਦੇ ਹੱਥ ਵਿੱਚ ਲੰਮੇ ਲੰਮੇ 3-3 ਫੁੱਟੇ ਸ਼ਸਤਰ ਸਤਿਗੁਰਾਂ ਨੇ ਪਕੜਾ ਦਿੱਤੇ, ਨੇਜੇ ਪਕੜਾਏ ਨੇ। ਸ਼ਸਤਰਾਂ ਦਾ ਅਭਿਆਸ ਸਿੱਖ ਕਰਦੇ ਹਨ। ਤੁਪਕ ਚਲਾਏ ਤੁਰੰਗ ਧਵਾਈ। ਫਿਰ ਕੇਵਲ ਸ਼ਸਤਰ ਹੀ ਨਹੀਂ ਪਕੜਦੇ, ਉੱਥੇ ਬੰਦੂਕਾਂ ਪਕੜ ਕੇ ਬੰਦੂਕਾਂ ਚਲਾਉਣ ਦੀ ਸਿੱਖਿਆ ਸਤਿਗੁਰਾਂ ਤੋਂ ਲੈਂਦੇ ਹਨ। ਫਿਰ ਘੋੜਿਆਂ ਦੀ ਸਵਾਰੀ ਕਰਦੇ ਨੇ ਤੇ ਤੇਜ਼ੀ ਨਾਲ ਘੋੜੇ ਦੜਾਉਂਦੇ ਹਨ। ਤੋਮਰ ਹਨੇਕ ਤੰਗ ਪ੍ਰਹਾਰ ਹੈ। ਫਿਰ ਜਿੱਥੇ ਘੋੜਿਆਂ ਦੀ ਸਵਾਰੀ ਸਤਿਗੁਰੂ ਸਿਖਾਉਂਦੇ ਨੇ, ਘੁੜ ਸਵਾਰੀ, ਬੰਦੂਕ ਚਲਾਉਣੀ, ਇਸੇ ਤਰ੍ਹਾਂ ਨੇਜਾਬਾਜੀ, ਜਿਸ ਤਰ੍ਹਾਂ ਇਹ ਭਾਲੇ ਚਲਾਉਣੇ ਨੇ, ਇਹ ਨੇਜੇਬਾਜੀ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਫਿਰ ਤੀਰ ਅੰਦਾਜ਼ੀ, ਤੀਰ ਚਲਾਉਣ ਦੀ ਸਿੱਖਿਆ ਵੀ ਸਤਿਗੁਰੂ ਦੱਸਦੇ ਨੇ। ਇਸ ਦਰ ਘਰ ਚੋਂ ਸਿੱਖਿਆ ਮਿਲਦੀ ਹੈ। ਹਿਤ ਅਖੀਰ ਬਨ ਜੀਵ ਸੰਘਾਰ ਹੈ। ਜਿੱਥੇ ਇਹ ਪੀਰੀ ਦਾ ਘਰ, ਹੁਣ ਪੀਰੀ ਤੇ ਮੀਰੀ ਦਾ ਸੁਮੇਲ ਹੋਇਆ ਹੈ, ਧਰਮ ਤੇ ਰਾਜਨੀਤੀ ਦਾ ਮੇਲ ਹੁੰਦਾ ਹੈ, ਭਗਤੀ ਤੇ ਸ਼ਕਤੀ ਦਾ ਮੇਲ ਹੁੰਦਾ ਹੈ। ਸੰਤ ਦੇ ਰੂਪ ਵਿੱਚ ਸਿੱਖ ਦੇ ਦੀਦਾਰ ਦੁਨੀਆ ਨੇ ਕੀਤੇ ਸਨ, ਪਰ ਹੁਣ ਸੰਤ ਤੇ ਸਿਪਾਹੀ ਇਹ ਦੋਵਾਂ ਦਾ ਮੇਲ ਸਤਿਗੁਰੂ ਪਾਤਸ਼ਾਹ ਕਰਾਉਂਦੇ ਨੇ। ਪਹਿਲਾਂ ਸੰਤ ਸੀ, ਸੰਤ ਦੇ ਹੱਥ ਵਿੱਚ ਸ਼ਸਤਰ ਪਕੜਾਇਆ। ਇਹ ਨਹੀਂ ਕਿ ਆਮ ਬੰਦੇ ਦੇ ਹੱਥ ਵਿੱਚ ਸ਼ਸਤਰ ਪਕੜਾ ਦਾਂਗੇ ਤੇ ਜ਼ੁਲਮ ਕਰੇਗਾ, ਪਰ ਸੰਤ ਦੇ ਹੱਥ ਵਿੱਚ ਪਕੜਿਆ ਹੋਇਆ ਸ਼ਸਤਰ ਵੀ ਪਰਉਪਕਾਰ ਕਰੇਗਾ, ਉਹ ਭਲਾ ਕਰੇਗਾ, ਕਿਸੇ ਦਾ ਮਾੜਾ ਨਹੀਂ ਕਰੇਗਾ। ਪਹਿਲਾਂ 5 ਪਾਤਸ਼ਾਹੀਆਂ ਸੰਤ ਬਣਾਉਂਦੀਆਂ ਨੇ ਤੇ 6ਵੇਂ ਜਾਮੇ 'ਚ ਸੰਤ ਤੇ ਸਿਪਾਹੀ ਦਾ ਪ੍ਰਤੱਖ ਮੇਲ ਕਰਾਇਆ ਜਾਂਦਾ ਹੈ। ਇਸ ਤਰ੍ਹਾਂ ਸ਼ਸਤਰ ਸਿਖਾਏ ਜਾਂਦੇ ਚਲਾਉਣੇ, ਤੇ ਫਿਰ ਜੰਗਲ ਦੇ ਵਿੱਚ ਜਾ ਕਰਕੇ ਜੀਵਾਂ ਦਾ ਸ਼ਿਕਾਰ ਕਰਨ ਦੀ ਇਹ ਟ੍ਰੇਨਿੰਗ ਵੀ, ਇਹ ਅਭਿਆਸ ਵੀ ਕਰਾਇਆ ਜਾਂਦਾ ਹੈ। ਧੌਂਸਾ ਤੁੰਘਾਰਤ ਪੁਨ ਆਵੈ। ਫਿਰ ਜਿਹੜਾ ਨਗਾਰਾ ਵੱਡੇ ਵੱਡੇ ਬਾਦਸ਼ਾਹਾਂ ਦੇ ਦਰਬਾਰ ਦਾ ਸ਼ਿੰਗਾਰ ਸੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਨਗਾਰਾ ਵੱਜਦਾ ਹੈ। ਜਦੋਂ ਇਹ ਸ਼ਿਕਾਰ ਖੇਡਣ ਜਾਂਦੇ ਨੇ ਨਗਾਰੇ ਵੱਜਦੇ ਹੈ, ਤੇ ਨਗਾਰਾ ਜਦੋਂ ਜੋਰਾਂ ਦੀ, ਇਹ ਨਗਾਰੇ ਦੀਆਂ ਗੂੰਜਾਂ ਪੈਂਦੀਆਂ ਹਨ। ਆਵਤ ਕੋ ਨਰ ਦੇਖਨ ਧਾਵੈ। ਜਿੱਦਾਂ ਕਿਤੇ ਬਾਦਸ਼ਾਹ ਦੀ ਸਵਾਰੀ ਨਿਕਲਦੀ ਸੀ ਤੇ ਨਗਾਰੇ ਦੀ ਆਵਾਜ਼ ਸੁਣ ਕੇ ਦੌੜ ਦੌੜ ਕੇ ਲੋਕ ਵੇਖਣ ਆਉਂਦੇ ਸਨ, ਇਦਾਂ ਸਤਿਗੁਰਾਂ ਦੇ ਇਹ ਗੁਰੂ ਕੇ ਪਿਆਰ ਵਾਲੇ ਜਿਹੜੇ ਸਿੱਖ ਨਗਾਰੇ ਵਜਾਉਂਦੇ ਹੋਏ ਜਦੋਂ ਨਿਕਲਦੇ ਨੇ, ਤੇ ਦੂਰੋਂ ਦੂਰੋਂ ਚੱਲ ਕੇ ਲੋਕ ਭੱਜ ਭੱਜ ਕੇ ਵੇਖਦੇ ਨੇ ਕਿ ਇਹ ਕਿਹਦਾ ਨਗਾਰਾ ਵੱਜ ਰਿਹਾ ਹੈ। ਸੁਨੇ ਸੁਜਸ ਰਹਿ ਬੇਹਿਤ ਸੂਰ। ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਗੁਰੂ ਘਰ ਦੀ ਵਡਿਆਈ ਦਾ ਪਤਾ ਲੱਗਦਾ ਹੈ ਕਿ ਸਤਿਗੁਰੂ ਪਾਤਸ਼ਾਹ ਹੁਣ ਸ਼ਸਤਰਧਾਰੀ ਇਹੋ ਜੀ ਫੌਜ ਤਿਆਰ ਕਰ ਰਹੇ ਨੇ, ਜਿਹੜਾ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਸੀ, ਜਿਹੜੇ ਸ਼ਸਤਰ ਅਭਿਆਸ ਕਰਨਾ ਵੀ ਜਾਣਦੇ ਸਨ, ਪਰ ਮੁਗਲਾਂ ਦੇ ਡਰ ਕਰਕੇ ਸ਼ਸਤਰਾਂ ਨੂੰ ਪਕੜਦੇ ਨਹੀਂ ਸੀ, ਅੰਦਰ ਸੂਰਮਤਾਈ ਸੀ, ਉਹ ਗੁਰੂ ਸਾਹਿਬ ਦੀ ਜਿਉਂ-ਜਿਉਂ ਵਡਿਆਈ ਸੁਣਦੇ ਹਨ। ਦੂਰ ਦੂਰ ਤੇ ਆਏ ਹਦੂਰ। ਦੂਰੋਂ ਦੂਰੋਂ ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦੇ ਨੇ ਤੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸਤਿਗੁਰਾਂ ਤੋਂ ਰਹਿਣ ਦੀ ਆਗਿਆ ਮੰਗਦੇ ਨੇ ਕਿ ਸਤਿਗੁਰੂ, ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਰਹਿ ਕੇ ਸ਼ਸਤਰਾਂ ਦਾ ਅਭਿਆਸ ਕਰਨਾ ਚਾਹੁੰਦੇ ਹਾਂ। ਕਬਹੁ ਪੰਚ ਕਬ 10 ਕੋ ਰਾਖੈ। ਕਦੀ ਸਤਿਗੁਰਾਂ ਦੇ ਕੋਲ 5 ਸਿੱਖ ਚੱਲ ਕੇ ਆਉਂਦੇ ਨੇ, ਕਦੀ 10 ਆਉਂਦੇ ਨੇ, ਇਦਾਂ ਕਈ ਹਜ਼ਾਰਾਂ ਦੇ ਹਿਸਾਬ ਨਾਲ ਗੁਰੂ ਚਰਨਾਂ ਵਿੱਚ ਆਉਂਦੇ ਐ। ਕਦੀ 5 ਸਿੱਖ, ਕਦੀ 10 ਸਿੱਖ ਚੱਲ ਕੇ ਆਉਂਦੇ ਐ, ਤੇ ਜਿਹੜੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਿਮਾਣੇ ਬਣ ਕੇ ਬੇਨਤੀ ਕਰਦੇ ਐ, ਸਤਿਗੁਰੂ ਉਹਨਾਂ ਨੂੰ ਸ਼ਰਨ ਬਖਸ਼ਦੇ ਹਨ। ਪਰਹਿ ਸ਼ਰਨ ਜੇ ਬਿਤ ਅਬ ਲਾਖੈ। ਤੇ ਜਿਹੜੇ ਸ਼ਰਨ ਪੈ ਜਾਂਦੇ ਨੇ ਤੇ ਜਿਹੜੀ ਬਿੱਤ ਉਪਜੀਵਕਾ ਵਾਸਤੇ ਸਤਿਗੁਰਾਂ ਕੋ ਮੰਗ ਕਰਦੇ ਨੇ, ਕਿਉਂਕਿ ਵੇਖੋ ਜਦੋਂ ਬੰਦਾ ਕੋਈ ਆਏਗਾ ਉਹਦੇ ਪਿੱਛੇ ਪਰਿਵਾਰ ਹੈ, ਟੱਬਰ ਹੈ, ਉਹਦੀ ਉਪਜੀਵਕਾ ਵੀ ਚੱਲਣੀ ਹੈ, ਤੇ ਸਤਿਗੁਰੂ ਉਹਨਾਂ ਨੂੰ ਮਿਹਨਤਾਨਾ ਵੀ ਦਿੰਦੇ ਆ। ਇਤਿਹਾਸ 'ਚ ਤੇ ਵੀ ਜ਼ਿਕਰ ਆਉਂਦਾ, ਕਈ ਐਸੇ ਵੀ ਸੀ ਜਿਹੜੇ ਸਤਿਗੁਰਾਂ ਕੋ ਇਦਾਂ ਆਪਾ ਭੇਟ ਕਰ ਗਏ, ਦਾਤਾ ਜੀ ਬਸ ਇੱਕੋ ਮੰਗ ਕਰਦੇ ਆ, 2 ਡੰਗ ਦਾ ਪ੍ਰਸ਼ਾਦਾ ਤੇ 6 ਮਹੀਨੇ ਪਿੱਛੋਂ ਵਸਤਰ ਦੇ ਦਿਓ, ਆ ਜਿੱਥੇ ਕਹੋਗੇ ਇਹ ਸੀਸ ਤੁਹਾਡੇ ਚਰਨਾਂ 'ਚ ਲੇਖੇ ਲਾ ਦੇਾਂਗੇ। ਇਹੋ ਜਿਹੇ ਵੀ ਸਨ, ਪਰ ਜਿਨ੍ਹਾਂ ਦੇ ਪਰਿਵਾਰ ਦੇ ਗੁਜ਼ਾਰੇ ਦੀ ਗੱਲ ਆਉਂਦੀ ਸੀ, ਸਤਿਗੁਰੂ ਪਾਤਸ਼ਾਹ ਉਹਨਾਂ ਦੀ ਬਿੱਤ ਅਨੁਸਾਰ, ਉਹਨਾਂ ਦੀ ਇੱਛਾ ਵੇਖ ਕਰਕੇ ਉਪਜੀਵਕਾ ਵਾਸਤੇ ਵੀ ਯੋਗ ਪ੍ਰਬੰਧ ਕਰਦੇ ਸਨ। ਦਇਆ ਕਰੇ ਬਖਸ਼ੈ ਸੁਖ ਸਾਰੇ। ਐਸੇ ਦਇਆ ਕਰਨ ਵਾਲੇ ਸਤਿਗੁਰੂ ਸ਼ਰਨ ਆਇਆਂ ਨੂੰ ਸਾਰੇ ਸੁੱਖ ਬਖਸ਼ਣ ਵਾਲੇ, ਕਿਉਂਕਿ ਸਾਰੇ ਸੁੱਖਾਂ ਦਾ ਦਾਤਾ ਹੈ। ਭਾਵੇਂ ਦੁਨਿਆਵੀ ਸੁੱਖ ਲੈ ਲਵੇ ਕੋਈ, ਤੇ ਭਾਵੇਂ ਪਰਲੋਕ ਦੇ ਸੁੱਖ ਲੈ ਲਵੇ, ਕਿਉਂਕਿ ਇਹ ਗੁਰੂ ਘਰ ਕੇਵਲ ਪਰਲੋਕ ਸੁਖੀਏ ਦੀ ਗੱਲ ਨਹੀਂ ਕਰਦਾ। ਇੱਥੇ ਤੇ ਆਪਾਂ ਸਾਰੇ ਪੜ੍ਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇਹ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਕਰਨ ਵਾਲੇ ਇਹੋ ਜਿਹੇ ਸੁੱਖਾਂ ਦੇ ਦਾਤੇ ਸਤਿਗੁਰੂ ਸੁੱਖ ਬਖਸ਼ਦੇ ਹਨ। ਬਸਤਰ ਸ਼ਸਤਰ ਅਸਰੁਚ ਆਹਾਰੋ। ਹੁਣ ਜਿਹਨੂੰ ਬਸਤਰ ਦੀ ਲੋੜ ਹੈ ਸਤਿਗੁਰੂ ਬਸਤਰ ਦਿੰਦੇ ਨੇ, ਜਿਸ ਨੂੰ ਸ਼ਸਤਰ ਦੀ ਲੋੜ ਹੈ ਉਹਨੂੰ ਸ਼ਸਤਰ ਵੀ ਦਿੰਦੇ ਆ। ਘੋੜੇ ਵੀ ਸਤਿਗੁਰੂ ਪਾਤਸ਼ਾਹ ਦਿੰਦੇ ਨੇ, ਜਿਹੜਾ ਸੋਚ ਨਹੀਂ ਸੀ ਸਕਦਾ ਮੈਂ ਘੋੜਾ ਖਰੀਦ ਲਾਂਗਾ, ਸਤਿਗੁਰੂ ਉਹਨੂੰ ਘੋੜੇ ਦਿੰਦੇ ਨੇ। ਫਿਰ ਸਵਾਦਲਾ ਭੋਜਨ, ਕਿਉਂਕਿ ਜਦੋਂ ਜੰਗਾਂ ਲੜਦੀਆਂ ਨੇ, ਕਸਰਤਾਂ ਖੇਡਣੀਆਂ ਤੇ ਖੁਰਾਕ ਵੀ ਤਕੜੀ ਚਾਹੀਦੀ ਹੈ,
ਤੇ ਇਦਾਂ ਵਧੀਆ ਖੁਰਾਕ ਵੀ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਖਵਾਉਂਦੇ ਹਨ। ਗੁਰ ਉਪਕਾਰ ਜਾਣ ਕਰ ਵੀਰ, ਇਹ ਸਤਿਗੁਰਾਂ ਦਾ ਵੱਡਾ ਉਪਕਾਰ ਜਾਣ ਕੇ ਜਿਹੜੇ ਸੂਰਮੇ ਜਿਹੜੇ ਬਹਾਦਰ ਸਨ, ਮਨ ਤੇ ਅਰਪਿਓ ਸਰਬ ਸਰੀਰ। ਮਨ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਆਪਾ ਭੇਟ ਕਰਦੇ ਨੇ। ਸਾਰਾ ਸਰੀਰ ਗੁਰੂ ਸਾਹਿਬ ਨੂੰ ਕਹਿੰਦੇ ਪਾਤਸ਼ਾਹ ਇਹ ਹੁਣ ਸਰੀਰ ਤੁਹਾਡਾ ਹੀ ਹੈ। ਜਹ ਗੁਰ ਕੋ ਕਾਰਜ ਬਨ ਜਾਏ, ਸਤਿਗੁਰੂ ਜੀ ਜਿੱਥੇ ਕਿੱਥੇ ਵੀ ਆਪ ਜੀ ਦਾ ਕੋਈ ਕਾਰਜ ਬਣ ਜਾਵੇ ਕਿਸੇ ਵੀ ਪ੍ਰਕਾਰ ਦਾ, ਮਾਰਨ ਮਰਨ ਵਿਖੈ ਮੁੱਦ ਪਾਏ। ਜੇ ਕਿਸੇ ਨੂੰ ਮਾਰਨ ਦਾ ਕੰਮ ਹੋਵੇ ਜਾਂ ਕਿਤੇ ਸਾਡੀ ਜਾਨ ਵੀ ਕਿਤੇ ਦੇਣੀ ਪੈ ਜੇ, ਸਾਨੂੰ ਆਪਣਾ ਆਪ ਵੀ ਵਾਰਨਾ ਪੈ ਜੇ ਨਾ, ਸਤਿਗੁਰੂ ਖੁਸ਼ੀ ਖੁਸ਼ੀ ਨਾਲ ਆਪਣੀ ਜਾਨ ਤੱਕ ਦੇਣ ਵਾਸਤੇ ਅਸੀਂ ਤਿਆਰ ਹਾਂ। ਜੇ ਕਿਸੇ ਨੂੰ ਮਾਰਨਾ ਪਵੇ ਤਾਂ ਵੀ ਜੰਗ ਦੇ ਵਿੱਚ, ਤੇ ਜੇ ਆਪਣੇ ਆਪ ਮਰਨਾ ਪਵੇ ਸਤਿਗੁਰੂ ਪਾਤਸ਼ਾਹ ਅਸੀਂ ਆਪਣੇ ਪੈਰ ਨਹੀਂ ਪਿੱਛੇ ਕਰਾਂਗੇ। ਇਦਾਂ ਦਾ ਪਿਆਰ ਕਰਨ ਵਾਲੇ ਸਿੱਖ ਸੀ ਜਿਹੜੇ ਹਰ ਵਕਤ ਗੁਰੂ ਦੇ ਚਰਨਾਂ 'ਚ ਗੁਰੂ ਦੇ ਹੁਕਮਾਂ ਤੇ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਸਨ। ਕਹੈ ਪਰਸ ਪਰ ਜੋਧਾ ਐਸੇ, ਤੇ ਜਿਹੜੇ ਯੋਧੇ ਨੇ ਨਾ ਸੂਰਮੇ ਸਨ, ਸੰਗਤ ਜੀ ਆਪਸ ਵਿੱਚ ਮਿਲ ਕੇ ਇਦਾਂ ਦੀਆਂ ਗੱਲਾਂ ਕਰਦੇ ਹਨ। ਮਨ ਤੇ ਅਰਪਿਓ ਸਰਬ ਸਰੀਰ, ਜਿਨ੍ਹਾਂ ਨੇ ਸਭ ਕੁਝ ਸਤਿਗੁਰਾਂ ਨੂੰ ਭੇਟ ਕੀਤਾ, ਜਿੱਥੇ ਕਿਤੇ ਗੁਰੂ ਸਾਹਿਬ ਦੇ ਕਾਰਜ ਵਾਸਤੇ, ਉਹ ਇਸ ਤਰ੍ਹਾਂ ਆਪਸ ਵਿੱਚ ਯੋਧੇ ਮਿਲ ਕੇ ਗੱਲਾਂ ਕਰਦੇ ਹਨ। ਹਮੇ ਮਿਲੇ ਪਤ ਰਕਬੁਰ ਜੈਸੇ, ਬੜੀ ਸੋਹਣੀ ਉਦਾਹਰਨ ਦੇ ਕੇ ਕਹਿੰਦੇ, ਕਿਉਂਕਿ ਕਹਿੰਦੇ ਜਿਵੇਂ ਆਮ ਉਸ ਸਮੇਂ ਧਾਰਨਾ ਸੀ ਸ਼੍ਰੀ ਰਾਮਚੰਦਰ ਜੀ ਦੇ ਬਾਰੇ ਵੀ, ਕਹਿੰਦੇ ਇੱਕ ਸ਼੍ਰੀ ਰਾਮਚੰਦਰ ਜੀ ਹੋਏ ਨੇ, ਕਹਿੰਦੇ ਸਾਨੂੰ ਵੀ ਇਦਾਂ ਵੱਡੇ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਜੀ ਮਿਲੇ ਹਨ। ਸਰਬ ਮ੍ਰਿਗਨ ਤੇ ਜੋਨੀਹੀਨ, ਕਹਿੰਦੇ ਜਿਵੇਂ ਸ਼੍ਰੀ ਰਾਮ ਜੀ ਨੇ ਇੱਕ ਬਹੁਤ ਵੱਡਾ ਕਾਰਜ ਕੀਤਾ ਕਿ ਜਿਹੜੇ ਬਾਂਦਰ, ਜਿਹੜੇ ਸਾਰੇ ਪਸ਼ੂਆਂ ਦੇ ਵਿੱਚੋਂ ਨਖਿੱਧ ਨੀਵੇਂ ਜੋਨ ਦੇ ਪਸ਼ੂ ਮੰਨੇ ਜਾਂਦੇ ਹਨ, ਜਿਵੇਂ ਬਾਨਰ ਕਹਿੰਦੇ ਕਿਸੇ ਦਾ ਕੋਈ ਕੰਮ ਸਵਾਰਦੇ ਆਦਿਕ ਨਹੀਂ ਹਨ। ਕੋ ਕਾਰਜ ਕਬ ਬਨੇ ਕਿਸੀ ਨਾ, ਕਿਉਂਕਿ ਆਮ ਤੌਰ ਤੇ ਘੋੜੇ ਦੀ ਸਵਾਰੀ ਕਰ ਲਊਗਾ, ਹਾਥੀ ਆਦਿਕ ਹੋਰ ਜਾਨਵਰ ਕੰਮ ਕਰਦੇ, ਪਰ ਬਾਂਦਰ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਆਉਣ ਵਾਲਾ, ਵਿਗਾੜ ਜ਼ਿਆਦਾ ਕਰਦਾ ਹੈ, ਨੁਕਸਾਨ ਜ਼ਿਆਦਾ ਕਰਦਾ ਹੈ। ਜਿਹੜਾ ਸਾਰੇ ਪਸ਼ੂਆਂ ਚੋਂ ਹੀਣਾ ਕਿਸੇ ਕੰਮ ਦਾ ਨਹੀਂ, ਕਹਿੰਦੇ ਜਿਹੜਾ ਕਿਸੇ ਕੰਮ ਨਹੀਂ ਸੀ ਆਉਣ ਵਾਲਾ। ਅਸ ਬਾਨਰ ਬਨ ਮਨ ਮੈਂ ਗਨ ਹੀਰੇ, ਜਿਵੇਂ ਸ਼੍ਰੀ ਰਾਮ ਜੀ ਨੇ ਜੰਗਲ ਦੇ ਵਿੱਚ ਇਹੋ ਜਿਹੇ ਬਾਂਦਰ ਆਦਿਕ ਜਿਹੜੇ ਜਾਨਵਰ ਜਦੋਂ ਜੰਗਲ ਵਿੱਚ ਵੇਖੇ ਸਨ, ਤਿਨ ਪਰ ਕਰੁਣਾ ਧਾਰ ਕਨੇਰੇ, ਉਹਨਾਂ ਨੇ ਉਹਨਾਂ ਜਾਨਵਰਾਂ ਤੇ ਮਿਹਰ ਦੀ ਨਿਗਾਹ ਨਾਲ ਜਦੋਂ ਵੇਖਿਆ, ਮਹਾਬਲੀ ਰਾਵਣ ਦਸ ਸੀਸ, ਕਹਿੰਦੇ ਇਹੋ ਜਿਹਾ ਉਹਨਾਂ ਦਾ ਜੀਵਨ ਬਦਲ ਕੇ ਕਾਇਆ ਕਲਪ ਕੀਤੀ ਕਿ ਜਿਹੜਾ ਰਾਵਣ ਬੜਾ ਵੱਡਾ, ਜਿਹੜੇ 10 ਸੀਸਾਂ ਦਾ ਸਿਰਾਂ ਦਾ ਜ਼ਿਕਰ ਕੀਤਾ ਜਾਂਦਾ, ਬੜਾ ਪਰਾਕਰਮੀ ਰਾਵਣ ਸੀ ਜਿਹੜਾ। ਪ੍ਰਾਕਰਮ ਗਰਭ ਹਰਿਓ ਮਿਲਕੀਸ, ਕਹਿੰਦੇ ਇਹਨਾਂ ਬਾਂਦਰਾਂ ਦੀ ਸੈਨਾ ਤਿਆਰ ਕਰਕੇ ਏਡੇ ਵੱਡੇ ਬਲਵਾਨ ਰਾਵਣ ਦੇ ਨਾਲ ਮੁਕਾਬਲਾ ਕਰਾ ਕੇ ਉਹਦਾ ਬਲ, ਉਹਦੀ ਤਾਕਤ ਸਾਰੀ ਜਿਹੜੀ ਸੀ ਉਹ ਹਰ ਲਈ। ਭਾਵ ਇਹਨਾਂ ਬਾਂਦਰਾਂ ਨੇ ਉਹਦੇ ਗਰਭ ਹੰਕਾਰ ਦਾ, ਤਾਕਤ ਦਾ ਨਾਸ਼ ਕਰ ਦਿੱਤਾ ਸੀ। ਤਿੰਨ ਸਭ ਬਾਤਨ ਤੇ ਹੀਨ, ਕਹਿੰਦੇ ਉਹਨਾਂ ਨੇ ਬਾਂਦਰਾਂ ਦੀ ਸੈਨਾ ਤਿਆਰ ਕਰਕੇ ਲੜਾਈ ਸੀ। ਕਹਿੰਦੇ ਇਸ ਤਰ੍ਹਾਂ ਹੀ ਗੁਰੂ ਸਾਹਿਬ ਨੇ ਕਹਿੰਦੇ ਸਾਡੇ ਤੇ ਵੀ ਇੱਕ ਬਹੁਤ ਵੱਡੀ ਕਿਰਪਾ ਕੀਤੀ, ਅਸੀਂ ਤੇ ਏਦੇ ਨਖਿੱਧ ਸਾਂ, ਸਾਡੇ ਜੀਵਨ ਦੇ ਵਿੱਚ ਇਹੋ ਜੀ ਅਵਸਥਾ ਤੇ ਕਾਇਰਤਾ ਬਣੀ ਸੀ। ਕਿਰਪਾ ਦ੍ਰਿਸ਼ਟ ਹਮ ਗੁਰ ਪਰ ਕੀਨ, ਅਸੀਂ ਉਹਨਾਂ ਜਾਨਵਰਾਂ ਤੋਂ ਵੀ ਨਖਿੱਧ ਹੋ ਚੁੱਕੇ ਸੀ, ਕਾਇਰਤਾ ਇਹੋ ਜੀ ਸੀ, ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ, ਸਾਡੇ ਤੇ ਬਖਸ਼ਿਸ਼ ਕਰਕੇ ਇਹੋ ਜੀ ਰਹਿਮਤ ਕੀਤੀ। ਜੋ ਕਹਿਵਾਏ ਜਹਾਨ ਪਨਾਹ, ਕਿ ਜਿਹੜਾ ਉਸ ਸਮੇਂ ਵਿੱਚ ਜਹਾਨ ਦਾ ਆਪਣੇ ਆਪ ਨੂੰ ਜਹਾਂਪਨਾਹ, ਵੱਡਾ ਬਾਦਸ਼ਾਹ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਸੀ। ਮੁਗਲ ਸਮਰਾਜ ਏਸ਼ੀਆ ਦੀ ਇੱਕ ਬਹੁਤ ਵੱਡੀ ਸੰਗਤ ਜੀ ਉਸ ਵਕਤ ਤਾਕਤ ਸੀ। ਤਿਨ ਕੇ ਸੰਗ ਜੰਗ ਕੀ ਚਾਹ, ਜਿਨ੍ਹਾਂ ਦੇ ਬਾਰੇ ਸੋਚ ਨਹੀਂ ਸੀ ਸਕਦਾ ਕਿ ਮੁਗਲਾਂ ਨਾਲ ਵੀ ਲੜ ਸਕਦੇ ਆ, ਇਹਨਾਂ ਨਾਲ ਵੀ ਕੋਈ ਜੰਗ ਕਰ ਸਕਦਾ ਹੈ। ਕਹਿੰਦੇ ਗੁਰੂ ਸਾਹਿਬ ਨੇ ਇਹੋ ਜਿਹਾ ਬਲ ਭਰ ਦਿੱਤਾ, ਕੀ ਹੋਇਆ, ਏਡਾ ਵੱਡਾ ਜੇ ਜ਼ਾਲਮ ਹੈ, ਤੁਹਾਡੇ ਕੋਲ ਵੀ ਉਹੋ ਜਿਹਾ ਹੀ ਸਰੀਰ ਹੈ, ਤਾਕਤ ਹੈ, ਤੇ ਸਾਡੇ ਅੰਦਰ ਹੁਣ ਉਹਨਾਂ ਮੁਗਲਾਂ ਦੇ ਨਾਲ ਏਡੀ ਵੱਡੀ ਤਾਕਤ ਨਾਲ ਜੰਗ ਕਰਨ ਦਾ ਪੈਦਾ ਕਰ ਦਿੱਤਾ ਹੈ। ਹੀਨ ਜੂਨ ਬਾਰਨ ਸਮਾਨ, ਕਹਿੰਦੇ ਇੱਕ ਪਾਸੇ ਹੀਨ ਜੂਨ ਬਾਂਦਰ ਜਿਹੜੇ ਸਨ, ਉਹਨਾਂ ਵਰਗੇ ਜਿਹੜੇ ਜਿਵੇਂ ਬਾਂਦਰ ਹੀਨ ਜੂਨ ਮੰਨੇ ਜਾਂਦੇ ਹਨ। ਜੇ ਨਾ ਕਰੋਗੇ ਰਣ ਘਮਸਾਨ, ਕਹਿ ਲੱਗੇ ਬਾਂਦਰ ਤੇ ਨਖਿੱਧ ਤੋਂ ਚੰਗੇ ਹੋ ਗਏ ਜੰਗ ਲੜ ਕੇ, ਪਰ ਕਹਿੰਦੇ ਐ ਇਨਸਾਨ ਸੂਰਮੇ ਆਪਸ ਵਿੱਚ ਗੱਲਾਂ ਕਰਦੇ ਆ ਕਿ ਸਾਡੇ ਵਰਗੇ ਬੰਦੇ ਜੇ ਹੁਣ ਮੁਗਲ ਹਕੂਮਤ ਦੇ ਜ਼ੁਲਮ ਦੇ ਖਿਲਾਫ ਨਹੀਂ ਲੜਦੇ
ਤੇ ਕਹਿੰਦੇ ਅਸੀਂ ਤੇ ਉਹਨਾਂ ਨਾਲੋਂ ਵੀ, ਉਹਨਾਂ ਬਾਂਦਰਾਂ ਨਾਲੋਂ ਵੀ ਹੀਣੇ ਤੇ ਮਾੜੇ ਮੰਨੇ ਜਾਵਾਂਗੇ। ਤਉ ਕੀਸਨ ਤੇ ਹੀਨ ਅਹੈ ਕੋ। ਕਹਿੰਦੇ ਸਾਨੂੰ ਤੇ ਬਾਂਦਰਾਂ ਤੋਂ ਵੀ ਮਾੜਾ ਮੰਨਿਆ। ਬਾਂਦਰ ਤੇ ਫਿਰ ਵੀ ਜਾ ਕੇ ਕਹਿੰਦੇ ਕਿਤੇ ਜੰਗ ਵਿੱਚ ਕੰਮ ਦੇ ਗਏ, ਏਡੀ ਵੱਡੇ ਰਾਵਣ ਨਾਲ ਮੁਕਾਬਲਾ ਕਰਦੇ ਐ, ਪਰ ਕਹਿੰਦੇ ਅਸੀਂ ਜੇ ਮੁਗਲਾਂ ਨਾਲ ਮੁਕਾਬਲਾ ਨਹੀਂ ਕਰਦੇ, ਕਾਇਰ ਬਣ ਕੇ ਬੈਠੇ ਰਹੇ, ਤੇ ਸਾਨੂੰ ਲੋਕੀ ਬਾਂਦਰਾਂ ਤੋਂ ਵੀ ਹੀਣੇ ਦੱਸਣਗੇ। ਇਦਾਂ ਸਤਿਗੁਰਾਂ ਨੇ ਸਾਨੂੰ ਅੰਦਰੋਂ ਸੂਰਮਗਤੀ ਦੇ ਕਰਕੇ ਇਹੋ ਜਿਹਾ ਧਰਮ ਯੁੱਧ ਦਾ ਚਾਅ ਪੈਦਾ ਕੀਤਾ ਹੈ, ਸਾਨੂੰ ਸੂਰਮੇ ਬਣਾਇਆ ਹੈ ਗੁਰੂ ਜੀ ਨੇ। ਜਿਸ ਕੀ ਸਮਤਾ ਹਮਹਿ ਕਹੈ ਕੋ। ਜੇ ਅਸੀਂ ਜੰਗ ਨਹੀਂ ਕਰਦੇ ਤੇ ਫਿਰ ਸਾਨੂੰ ਬਾਂਦਰਾਂ ਤੋਂ ਵੀ ਹੀਣਾ ਕਰਕੇ ਲੋਕ ਮੰਨਣਗੇ। ਰਣ ਮੈਂ ਨਿਰਭੈ ਸ਼ਤਰ ਗਨ ਆਏ। ਹੁਣ ਸਤਿਗੁਰਾਂ ਨੇ ਇਹੋ ਜੀ ਸਾਡੇ ਅੰਦਰ ਸੂਰਮਗਤੀ ਭਰ ਦਿੱਤੀ ਹੈ ਕਿ ਜੰਗ ਦੇ ਮੈਦਾਨ ਵਿੱਚ ਜਿਹੜਾ ਸ਼ਤਰੂ ਨਿਡਰ ਹੋ ਕੇ ਸਾਡੇ ਨਾਲ ਲੜਨ ਵਾਸਤੇ ਕਿਤੇ ਆਵੇਗਾ, ਹਤੋ ਸ਼ਸਤਰ ਗੁਰ ਸੰਗ ਸਹਾਏ। ਸਾਨੂੰ ਹੁਣ ਭਰੋਸਾ ਹੈ ਕਿ ਗੁਰੂ ਸਾਡੇ ਅੰਗ ਸੰਗ ਹੈ। ਤੇ ਚੇਤੇ ਰੱਖਿਓ, ਬਾਣੀ ਦੇ ਅੰਦਰ ਇੱਕ ਜ਼ਿਕਰ ਮਿਲਦਾ ਹੈ, ਭੱਟ ਸਾਹਿਬਾਨ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਵਿੱਚ ਕਹਿੰਦੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਵਧੀਜੈ। ਜਿਹਦੇ ਕੋਲ ਵੱਲ ਗੁਰੂ ਹੋਵੇ ਉਹਨੂੰ ਧਨ ਦਾ ਮਾਣ ਹੰਕਾਰ ਨਹੀਂ ਰੱਖਦਾ, ਉਹ ਤੇ ਗੁਰੂ ਦੇ ਮਾਣ ਵਿੱਚ ਹੁੰਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਵਧੀਜੈ। ਜਾਮ ਗੁਰੂ ਹੋਏ ਵੱਲ, ਜਿਹਦੇ ਵੱਲ ਗੁਰੂ ਹੋ ਜੇ ਨਾ, ਲੱਖ ਬਾਹੇ ਕਿਆ ਕੀਜੈ। ਲੱਖਾਂ ਬਾਹਾਂ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ ਨੇ। ਲੱਖਾਂ ਬਾਹਾਂ ਵੀ ਉਹਦਾ ਕੀ ਨੁਕਸਾਨ ਕਰਨਗੀਆਂ ਜਿਹਦੇ ਵੱਲ ਗੁਰੂ ਹੋਵੇ। ਤੇ ਸਿੱਖ ਕਹਿੰਦੇ ਸਾਨੂੰ ਇਹ ਭਰੋਸਾ ਹੈ ਗੁਰੂ ਸਾਡੇ ਅੰਗ ਸੰਗ ਹੈ, ਤੇ ਸ਼ਸਤਰ ਪਕੜ ਕੇ ਵੱਡੀ ਤੋਂ ਵੱਡੀ ਨਿਡਰ ਫੌਜ ਨੂੰ ਵੀ ਅਸੀਂ ਖਤਮ ਕਰ ਸਕਦੇ ਹਾਂ। ਇਮ ਆਪਸ ਮੈਂ ਕੈ ਪ੍ਰਣ ਕਰੈ। ਇਸ ਤਰ੍ਹਾਂ ਸੂਰਮੇ ਆਪਸ ਵਿੱਚ ਰਲ ਮਿਲ ਕੇ ਗੱਲਾਂ ਕਰਦੇ ਨੇ, ਨਾਲੇ ਇਹ ਪ੍ਰਣ ਕਰਦੇ ਨੇ ਗੁਰੂ ਚਰਨਾਂ ਵਿੱਚ। ਅਦਕ ਬੀਰਤਾ ਕੋ ਉਰ ਧਰੈ। ਗੁਰੂ ਸਾਹਿਬ ਦੇ ਕੋਲੋਂ ਸਿੱਖਿਆ ਲੈ ਕੇ, ਬਾਣੀ ਪੜ੍ਹ ਕੇ, ਸੁਣ ਕੇ, ਹਿਰਦੇ ਦੇ ਅੰਦਰ ਕਾਇਰਤਾ ਖਤਮ ਕਰਕੇ, ਵੀਰ ਰਸ ਭਰ ਕੇ ਇਹੋ ਜਿਹੇ ਸੂਰਮਿਆਂ ਵਾਲੀਆਂ ਗੱਲਾਂ ਕਰਦੇ ਹਨ। ਵਹਿਰ ਅਰੂਢੈ ਗੁਰੂ ਸੁਨਾਵੈ। ਤੇ ਫੇਰ ਜਦੋਂ ਕਿਤੇ ਘੋੜਿਆਂ ਤੇ ਸਵਾਰ ਹੁੰਦੇ ਆ ਤੇ ਬਾਹਰਲੇ ਪਾਸੇ ਆ ਸ਼ਿਕਾਰ ਖੇਡਣ ਵਾਸਤੇ, ਜਿੱਦਣ ਹੁਣ ਯੂਨੀਵਰਸਿਟੀ ਆਦਿਕ ਬਣ ਗਈ ਹੈ, ਗੁਮਟਾਲੇ ਆਦਿਕ ਵਾਲੇ ਪਾਸੇ, ਇਹਨਾਂ ਜੰਗਲਾਂ ਵਾਲੇ ਪਾਸੇ ਨੂੰ ਜਾਂਦੇ ਆ ਤੇ ਸ਼ਿਕਾਰ ਖੇਡਣ ਜਾਣ ਲੱਗਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਕੇ ਸੁਣਾਉਂਦੇ ਹਨ, ਤੁਮਰੇ ਹੁਕਮ ਓਜ ਦਿਖਰਾਵੈ। ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਤੁਹਾਡੇ ਹੁਕਮ ਦੇ ਕਰਕੇ, ਅਸੀਂ ਆਪ ਹੁਕਮ ਕਰੋ ਨਾ, ਤੇ ਸਤਿਗੁਰੂ ਸਾਨੂੰ ਬੁਝਦਿਲਾਂ ਨੂੰ ਤੁਸੀਂ ਬਹਾਦਰ ਬਣਾਇਆ ਹੈ, ਕੱਲੇ ਨੂੰ ਲੱਖਾਂ ਦਾ ਮੁਕਾਬਲਾ ਕਰਨ ਦੀ ਤਾਕਤ ਬਖਸ਼ੀ ਹੈ। ਤੇ ਦਾਤਾ ਜੀ ਜਿੱਦਣ ਹੁਕਮ ਕਰੋਗੇ ਉਦਣ ਅਸੀਂ ਆਪਣੀ ਤਾਕਤ ਵਿਖਾਵਾਂਗੇ, ਜਿਹੜੀ ਤਾਕਤ ਤੁਹਾਡੇ ਕੋਲੋਂ ਲਈ ਹੈ। ਅਰਪਿਓ ਰਾਵਰ ਕੇ ਪਗ ਸੀਸ। ਕਿਉਂਕਿ ਸਾਡਾ ਆਪਣਾ ਕੁਝ ਨਹੀਂ ਹੈ, ਅਸੀਂ ਆਪਣਾ ਸੀਸ ਗਰੀਬ ਨਿਵਾਜ ਤੁਹਾਡੇ ਚਰਨਾਂ ਵਿੱਚ ਅਰਪਣ ਕੀਤਾ ਹੈ। ਤੁਮੇ ਪ੍ਰਵਾਹ ਨਾਹੀ ਜਗਦੀਸ਼। ਇਹ ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਹਾਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਤੁਸੀਂ ਹਰ ਡਰ ਤੋਂ ਰਹਿਤ ਹੋ, ਤੇ ਤੁਹਾਡੀ ਸ਼ਰਨ ਵਿੱਚ ਆ ਕੇ ਅਸੀਂ ਮੌਤ ਤੱਕ ਦੇ ਡਰ ਤੋਂ ਨਿਰਲੇਪ ਹੋ ਚੁੱਕੇ ਹਾਂ। ਸਾਨੂੰ ਵੀ ਹੁਣ ਕਿਸੇ ਪ੍ਰਕਾਰ ਦਾ ਦਾਤਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਡਰ ਨਹੀਂ। ਜੇ ਸ਼ੇਰ ਦੀ ਸ਼ਰਨ ਚਲੇ ਜਾਈਏ ਫਿਰ ਗਿੱਦੜ ਤੋਂ ਡਰਨ ਦਾ ਕਾਹਦਾ ਕਿਸੇ ਤਰੀਕੇ ਦਾ ਇਹੋ ਜਿਹਾ ਘਬਰਾਹਟ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਿੰਘ ਸ਼ਰਨਕਤ ਜਾਈਏ ਜੋ ਜੰਬੁਕ ਗਰਾਸੇ। ਸ਼ੇਰ ਦੀ ਸ਼ਰਨ ਵਿੱਚ ਜੇ ਗਿੱਦੜ ਖਾ ਜੇ ਤੇ ਫਿਰ ਸ਼ੇਰ ਦੀ ਸ਼ਰਨ ਦਾ ਕੀ ਫਾਇਦਾ। ਤੇ ਗੁਰੂ ਦੀ ਸ਼ਰਨ ਵਿੱਚ ਪਿਆ ਹੋਇਆਂ ਨੂੰ ਕਹਿੰਦੇ ਪਾਤਸ਼ਾਹ ਹੁਣ ਤੇ ਸਾਨੂੰ ਮੌਤ ਦਾ ਵੀ ਡਰ ਨਹੀਂ, ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਦੋਹੇ ਲੋਕਨ ਕੀ ਚਹਿ ਕਲਿਆਣ। ਸਤਿਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬਸ ਇੱਕੋ ਬੇਨਤੀ, ਇਹ ਲੋਕ ਤੇ ਪਰਲੋਕ ਦੇ ਤੁਸੀਂ ਰਾਖਿਓ ਤੇ ਕਿਰਪਾ ਕਰਿਓ, ਲੋਕ ਦੇ ਵਿੱਚ ਵੀ ਸਾਡਾ ਭਲਾ ਹੋ ਜੇ ਸੰਸਾਰ ਵਿੱਚ, ਤੇ ਪਰਲੋਕ ਵਿੱਚ ਵੀ ਤੁਸੀਂ ਰੱਖ ਲਿਓ, ਸਾਡੀ ਕਲਿਆਣ ਕਰਿਓ। ਪਰੇ ਸ਼ਰਨ ਰਾਵਰ ਕੀ ਆਨ। ਸਾਨੂੰ ਹੋਰ ਅਭਿਲਾਖਾ ਨਹੀਂ, ਇਸੇ ਕਰਕੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣ, ਇਸ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਇਸ ਬਿਦ ਬਹੁਤ ਵੀਰ ਰਸ ਵਧੇ। ਇਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿੱਥੇ ਦਿਨੋਂ ਦਿਨ ਸੈਨਾ ਵੱਧਦੀ ਜਾਂਦੀ ਹੈ, ਇਹ ਵੀਰ ਰਸ ਵੀ ਉਹਨਾਂ ਦੇ ਅੰਦਰ ਹੋਰ ਵੱਧਦਾ ਜਾਂਦਾ ਹੈ। ਅਯੁੱਧ ਵਿਦਿਆ ਕੋ ਨਿਤ ਸਦੇ। ਰੋਜ਼ ਸ਼ਸਤਰਾਂ ਦਾ ਅਭਿਆਸ ਕਰਦੇ ਨੇ, ਇਸ ਤਰੀਕੇ ਦੀ ਸਾਧਨਾ ਸਾਧਦੇ ਨੇ, ਸ਼ਸਤਰਾਂ ਦਾ ਨਿਤ ਅਭਿਆਸ ਕਰਦੇ ਨੇ। ਕਿਉਂਕਿ ਦੁਨੀਆ ਦੀ ਕੋਈ ਵੀ ਫੌਜ ਹੋਵੇ, ਕੇਵਲ ਫੌਜ ਤਿਆਰ ਕੀਤਿਆਂ ਗੱਲ ਨਹੀਂ ਬਣਦੀ, ਉਸ ਫੌਜ ਨੂੰ ਸਮੇਂ-ਸਮੇਂ ਤੇ ਅਭਿਆਸ ਕਰਨਾ ਪੈਂਦਾ ਹੈ। ਸ਼ਸਤਰ ਰੱਖਿਆਂ ਕੱਲੀ ਗੱਲ ਨਹੀਂ ਬਣ ਜਾਂਦੀ, ਉਹਦਾ ਅਭਿਆਸ ਵੀ ਕਰਨਾ ਪੈਂਦਾ। ਵੇਖੋ ਜਦੋਂ ਮੁਗਲ ਚੜ੍ਹ ਕੇ ਆਏ
ਤੇ ਲੋਧੀਆਂ ਦਾ ਪਠਾਣਾਂ ਦਾ ਰਾਜ ਸੀ, ਪਰ ਉਹਨਾਂ ਨੇ ਸ਼ਸਤਰਾਂ ਦਾ ਅਭਿਆਸ ਨਹੀਂ ਸੀ ਕੀਤਾ। ਤੇ ਸਤਿਗੁਰੂ ਜਦੋਂ ਸਮਝਾਉਂਦੇ ਵੀ ਨੇ ਤੇ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਉਹ ਰੰਗ ਤਮਾਸ਼ਿਆਂ ਵਿੱਚ ਹਥਿਆਰ ਚੁੱਕਣਾ ਭੁੱਲ ਗਏ। ਤੇ ਜਦੋਂ ਬਾਬਰ ਦਾ ਹਮਲਾ ਹੋਇਆ, ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ, ਉਹਨੀ ਤੁਪਕ ਤਾਣ ਚਲਾਈ, ਉਹ ਤੇ ਤੋਪਾਂ ਤਾਣ ਕੇ ਚਲਾਉਂਦਾ ਏ। ਤੇ ਜਿਨ੍ਹਾਂ ਸ਼ਸਤਰਾਂ ਦਾ ਅਭਿਆਸ ਨਹੀਂ ਸੀ ਕੀਤਾ, ਉਹਨਾਂ ਦੇ ਹੱਥ ਵਿੱਚ ਬੰਦੂਕਾਂ ਵੀ ਫੁੱਲ ਝੜੀਆਂ ਵਾਂਗੂ ਫਿੱਸ ਹੋ ਜਾਂਦੀਆਂ ਨੇ। ਉਹਨੇ ਹੀ ਹਸਤ ਚੜਾਈ, ਇਹ ਹੱਥ ਵਿੱਚ ਹੀ ਫਿੱਸ ਹੋ ਜਾਂਦੀਆਂ। ਆਖਰਕਾਰ ਇਹ ਗੁਲਾਮਾਂ ਦੇ ਗੁਲਾਮ ਬਣ ਜਾਂਦੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਸ਼ਸਤਰਾਂ ਦਾ ਅਭਿਆਸ ਵੀ ਕਰਨਾ। ਜੇ ਸ਼ਸਤਰ ਨੇ ਅਭਿਆਸ ਕਰਨ ਦੀ ਪ੍ਰੇਰਨਾ ਦਿੰਦੇ ਹੈ, ਤੇ ਛੇਵੇਂ ਪਾਤਸ਼ਾਹ ਦੇ ਕੋਲ ਇਦਾਂ ਯੋਧੇ ਜਿਹੜੇ ਨੇ ਬਹੁਤ ਸ਼ਸਤਰਾਂ ਦਾ ਨਿਤ ਅਭਿਆਸ ਕਰਦੇ ਹਨ। ਜੋਧਾ ਬ੍ਰਿੰਦ ਬਿਲੰਦ ਆਨੰਦਤ, ਬਹੁਤ ਸਾਰੇ ਯੋਧੇ ਵੱਡਾ ਆਨੰਦ ਗੁਰੂ ਸਾਹਿਬ ਦੇ ਚਰਨਾਂ ਚੋਂ ਮਾਣ ਰਹੇ ਸਨ। ਗੁਰ ਸੁਖ ਕੰਦ ਬੰਦ ਕਰ ਬੰਦਤ, ਗੁਰੂ ਸਾਹਿਬ ਤੇ ਸੁੱਖਾਂ ਦਾ ਕੰਦ, ਕੰਦ ਕਹਿੰਦੇ ਨੇ ਮੂਲ ਨੂੰ, ਸੁੱਖਾਂ ਦੇ ਮੂਲ ਸਤਿਗੁਰਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਦੇ ਹਨ। ਸਰਬ ਦਰਬਲੇ ਸਦਨ ਪਹੁੰਚਾਵੇ, ਸਤਿਗੁਰੂ ਪਾਤਸ਼ਾਹ ਤੋਂ ਭਾਵੇਂ ਉਹਨਾਂ ਨੇ ਕੋਈ ਪਦਾਰਥਕ ਮੰਗ ਨਹੀਂ ਕੀਤੀ, ਪਰ ਪਰਿਵਾਰ ਦੀਆਂ ਲੋੜਾਂ ਵੇਖ ਕੇ ਸਤਿਗੁਰੂ ਉਹਨਾਂ ਨੂੰ ਧਨ ਦੀ ਉਪਜੀਵਕਾ ਰੂਪ ਵਿੱਚ ਧਨ ਵੀ ਦਿੰਦੇ ਨੇ। ਤੇ ਉਹ ਧਨ ਆਪਣੇ ਤੇ ਖਰਚਣ ਦੀ ਥਾਂ ਉਹ ਸਾਰਾ ਧਨ ਪਿੱਛੇ ਆਪਣੇ ਪਰਿਵਾਰਾਂ ਤੱਕ ਪਹੁੰਚਾ ਦਿੰਦੇ ਸਨ। ਭੋਜਨ ਦੇਗ ਵਿਖੇ ਨਿਤ ਖਾਵੇ, ਤੇ ਲੰਗਰ ਗੁਰੂ ਕੇ ਅਤੁੱਟ ਵਰਤਦੇ ਸਨ। ਤੇ ਉਹ ਲੰਗਰ ਪ੍ਰਸ਼ਾਦਾ ਗੁਰੂ ਘਰੋਂ ਛਕਦੇ, ਵਸਤਰ ਵੀ ਮਿਲ ਜਾਂਦੇ ਆ 6 ਮਹੀਨਿਆਂ ਪਿੱਛੋਂ, ਤੇ ਲੰਗਰ ਪ੍ਰਸ਼ਾਦਾ 2 ਟਾਈਮ ਦਾ ਮਿਲਦਾ ਹੈ, ਸ਼ਸਤਰ ਮਿਲ ਰਹੇ ਨੇ, ਤੇ ਧਨ ਆਪਣੇ ਪਿੱਛੇ ਘਰ ਭੇਜ ਦਿੰਦੇ ਸਨ ਯੋਧੇ। ਸ਼ਸਤਰ ਬਸਤਰ ਬਖਸ਼ੈ ਭਟ ਗਨ ਕੋ, ਸਤਿਗੁਰੂ ਸਿੱਖਾਂ ਨੂੰ ਸ਼ਸਤਰ ਵੀ ਬਖਸ਼ਦੇ ਨੇ, ਵਸਤਰ ਵੀ ਬਖਸ਼ਦੇ ਨੇ। ਇਦਾਂ ਸੂਰਮਿਆਂ ਨੂੰ ਹਰ ਬਖਸ਼ਿਸ਼ ਕਰਕੇ ਨਿਵਾਜਦੇ ਹਨ। ਜੋ ਅਬਲਾਕਤ ਮਨ ਮਹਿਰਾਨ ਕੋ, ਜਿਨ੍ਹਾਂ ਦੇ ਮਨ ਵਿੱਚ ਇੱਕੋ ਅਭਿਲਾਖਾ ਹੈ, ਸਤਿਗੁਰੂ ਕਿਤੇ ਜੰਗ ਦੇ ਮੈਦਾਨ ਵਿੱਚ ਸਾਨੂੰ ਲੈ ਜਾਣ, ਤੇ ਹੁਣ ਬਹਾਦਰੀ ਨਾਲ ਆਪਣਾ ਆਪ ਗੁਰੂ ਚਰਨਾਂ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਵਾਸਤੇ ਜੰਗ ਕਰਦਿਆਂ ਆਪਣਾ ਸੀਸ ਵੀ ਕੁਰਬਾਨ ਕਰ ਦਈਏ। ਇਦਾਂ ਦੀ ਭਾਵਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਣ ਨਾ ਕੀਜੇ ਵਾਲੀ ਅਵਸਥਾ ਬਣੀ ਸੀ ਯੋਧਿਆਂ ਦੇ ਮਨ ਵਿੱਚ। ਇਮ ਨਿਤ ਪ੍ਰਤ ਆਤ ਚਿਤ ਉਤਸ਼ਾਹਤ, ਇਸ ਤਰ੍ਹਾਂ ਸੰਗਤ ਜੀ ਨਿਤ ਪ੍ਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਅਭਿਆਸ ਹੁੰਦਾ ਹੈ। ਚਿੱਤ ਦੇ ਵਿੱਚ ਜਿੱਥੇ ਜ਼ਾਲਮ ਸੋਚਦਾ ਸੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵਿੱਚ ਇਹ ਸਿੱਖ ਹੌਸਲਾ ਹਾਰ ਜਾਣਗੇ, ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਸ਼ੀਤਲ ਸੋਮੇ ਦਾ ਦਰਿਆ ਮਰੂਥਲ ਦੇ ਵਿੱਚ ਜਾ ਕੇ ਸੁੱਕ ਜਾਏਗਾ, ਪਰ ਉਹਨਾਂ ਨੂੰ ਨਹੀਂ ਸੀ ਪਤਾ ਇਹ ਉਤਸ਼ਾਹ ਠੰਡਾ ਪੈਣ ਦੀ ਥਾਂ ਇਹ ਤੇ ਪ੍ਰਵਾਹ ਦੁਗਣੀ ਰਫ਼ਤਾਰ ਦੇ ਨਾਲ ਹੋਰ ਤੇਜ਼ ਹੋ ਕੇ ਚੱਲ ਪਿਆ ਸੀ। ਚੰਮੂ ਸਹਿਤ ਗੁਰ ਕਾਨਨ ਗਾਹਤ, ਸਤਿਗੁਰੂ ਪਾਤਸ਼ਾਹ ਆਪ ਫੌਜ ਦੀ ਅਗਵਾਈ ਕਰਦੇ ਐ, ਜੰਗਲ ਦੇ ਵਿੱਚ ਜਾਂਦੇ ਐ, ਜੰਗਲ ਨੂੰ ਚੰਗੀ ਤਰ੍ਹਾਂ ਸ਼ਿਕਾਰ ਵਾਸਤੇ ਗਾਉਂਦੇ ਹਨ, ਫੋਲਦੇ ਹਨ। ਸ਼ੋਰੈ ਬਾਜ ਬਿਹੰਗ ਪਕਰਾਵੇ, ਸਤਿਗੁਰੂ ਪਾਤਸ਼ਾਹ ਜਿੱਥੇ ਬਾਜ ਰੱਖਦੇ ਨੇ ਨਾ, ਤੇ ਬਾਜ ਨੂੰ ਛੱਡਦੇ ਨੇ ਜਦੋਂ ਜੰਗਲ 'ਚ ਸ਼ਿਕਾਰ ਵਾਸਤੇ, ਉਹ ਬਾਜ ਕਈ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਸਵਾਨਨ ਤੇ ਮਿਰਗ ਸਸਾ ਕਹਾਵੇ, ਫਿਰ ਕੁੱਤੇ ਰੱਖੇ ਨੇ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕੁੱਤੇ ਰੱਖ ਸ਼ਿਕਾਰ ਕਰਾਇਆ। ਇਹ ਕੁੱਤੇ ਰੱਖ ਕੇ ਸ਼ਿਕਾਰ ਖੇਡਣ ਜਾਂਦੇ ਨੇ, ਹਿਰਨਾਂ ਦਾ, ਖਰਗੋਸ਼ਾਂ ਨੂੰ ਇਹਨਾਂ ਦੇ ਰਾਹੀਂ ਪਕੜ ਲੈਂਦੇ ਹਨ। ਗਨ ਜੋਧਾ ਆਜੁਧ ਤੇ ਮਾਰੇ, ਕਹਿੰਦੇ ਕਈ ਯੋਧੇ ਅਭਿਆਸ ਕਰਦੇ ਨੇ ਸ਼ਸਤਰਾਂ ਦਾ, ਤੇ ਸ਼ਿਕਾਰ ਜੰਗਲ ਦੇ ਵਿੱਚ ਜਾ ਕੇ ਖੇਡਦੇ ਹਨ। ਕਰੇ ਅਖੀਰ ਜੀਵ ਸੰਘਾਰ ਹੈ, ਇਸ ਤਰ੍ਹਾਂ ਇਹ ਸ਼ਿਕਾਰ ਕਰਦਿਆਂ ਹੋਇਆਂ ਕਈ ਜੀਵ ਜਿਹੜੇ ਸੀ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ। ਗੱਲ ਇੰਨੀ ਹੈ ਕਿ ਜਿਹੜੇ ਅੱਜ ਹੁਣ ਅਭਿਆਸ ਦੇ ਰਾਹੀਂ ਡੁੱਲਿਆ ਹੋਇਆ ਖੂਨ ਵੇਖ ਕੇ ਕਿਤੇ ਬੈਰਾਗੀ ਨਾ ਬਣ ਜਾਣ। ਇਹ ਖੂਨ ਵੇਖੋ, ਆਪਾਂ ਇਤਿਹਾਸ ਦੀ ਲੜੀ 'ਚੋਂ ਥੋੜਾ ਅੱਗੇ ਵਧੀਏ ਨਾ, ਤੇ ਦਸ਼ਮੇਸ਼ ਪਿਤਾ ਨੇ ਜਿਸ ਵਕਤ ਜਾ ਕੇ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਉਸ ਸਥਾਨ ਤੇ ਕੁਝ ਜਾਨਵਰ ਝਟਕਾਉਣ ਦਾ ਜ਼ਿਕਰ ਮਿਲਦਾ ਹੈ, ਤੇ ਡੁੱਲਿਆ ਖੂਨ ਵੇਖ ਕੇ ਰੋਸ ਪੈਦਾ ਕਰਦਾ ਹੈ ਕਿ ਸਤਿਗੁਰੂ ਜੀ ਮੇਰਾ ਡੇਰਾ ਖੂਨ ਡੋਲ ਕੇ ਅਪਵਿੱਤਰ ਕਰ ਦਿੱਤਾ ਹੈ। ਤੇ ਸਾਹਿਬ ਨੇ ਕਿਹਾ ਤੇਰੇ ਡੇਰੇ ਦੇ ਕੋਨੇ ਵਿੱਚ, ਇੱਕ ਧਰਮਸ਼ਾਲਾ ਦੇ ਕੋਨੇ 'ਚ ਥੋੜਾ ਜਿਹਾ ਖੂਨ ਡੁੱਲ ਗਿਆ, ਕੀ ਫਰਕ ਪੈਂਦਾ? ਇਤਿਹਾਸ ਸਭ ਨੇ ਸੁਣਿਆ ਕਿ ਬਚਪਨ ਵਿੱਚ ਇੱਕ ਹਿਰਨੀ ਗਰਭਵਤੀ ਦਾ ਸ਼ਿਕਾਰ ਕੀਤਾ ਸੀ, ਤੜਫਦੇ ਬੱਚਿਆਂ ਦੀ ਮੌਤ ਵੇਖ ਕੇ ਹਥਿਆਰ ਛੁੱਟ ਗਏ ਸੀ, ਉਹਦੇ ਤੋਂ ਬੈਰਾਗੀ ਬਣ ਗਿਆ ਸੀ। ਪਰ ਦਸ਼ਮੇਸ਼ ਜੀ, ਆਪਾਂ ਥੋੜਾ ਜਿਹਾ ਲੜੀ 'ਚੋਂ ਅੱਗੇ ਵਧੇ ਹਾਂ, ਪਰ ਜਦੋਂ ਦਸ਼ਮੇਸ਼ ਜੀ ਉੱਥੇ ਪਹੁੰਚੇ, ਡੁੱਲਿਆ ਖੂਨ ਜਾਨਵਰਾਂ ਦਾ ਵੇਖ ਕੇ ਫਿਰ ਰੋਸ ਪੈਦਾ ਹੁੰਦਾ ਹੈ। ਤੇ ਸਤਿਗੁਰੂ ਕਹਿੰਦੇ ਇੱਕ ਕੋਨੇ 'ਚ ਡੁੱਲ ਗਿਆ, ਕੀ ਹੋਇਆ? ਕਹਿੰਦੇ ਡੇਰਾ ਧਰਮਸ਼ਾਲਾ ਤੇ ਮੇਰੀ ਹੈ, ਇੱਕ ਕੋਨੇ 'ਚ ਵੀ ਡੁੱਲਿਆ, ਮੇਰੀ ਧਰਮਸ਼ਾਲਾ ਪਵਿੱਤਰ ਕਰ ਦਿੱਤੀ, ਥੋੜਾ ਜਿਹਾ ਰੋਸ ਪੈਦਾ ਹੋਇਆ।
ਤੇ ਸਾਹਿਬ ਕਹਿੰਦੇ ਤੇਰੀ ਧਰਮਸ਼ਾਲਾ ਦੇ ਇੱਕ ਕੋਨੇ ਵਿੱਚ ਕੁਝ ਕੁ ਵਿਦੋਸ਼ੇ ਜਾਨਵਰਾਂ ਦਾ ਖੂਨ ਡੁੱਲਿਆ ਤੇ ਤੇਰੇ ਮਨ ਵਿੱਚ ਰੋਸ ਪੈਦਾ ਹੋਇਆ ਹੈ, ਪਰ ਇਸ ਧਰਤੀ ਰੂਪੀ ਧਰਮਸ਼ਾਲਾ ਦੇ ਵਿੱਚ ਪਤਾ ਨਹੀਂ ਦਿਨ ਰਾਤ ਜ਼ਾਲਮਾਂ ਵੱਲੋਂ ਨਿਤ ਕਿੰਨਿਆਂ ਕੋ ਵਿਦੋਸ਼ਿਆਂ ਦਾ ਖੂਨ ਡੋਲਿਆ ਜਾਂਦਾ ਏ, ਤੇਰੇ ਮਨ ਵਿੱਚ ਕਦੀ ਰੋਸ ਨਹੀਂ ਪੈਦਾ ਹੋਇਆ? ਜਿਵੇਂ ਕੰਡੇ ਨੂੰ ਕੱਢਣ ਵਾਸਤੇ ਕੰਡਾ ਚੁਭੋ ਕੇ ਕੱਢਿਆ ਜਾਂਦਾ, ਡੁੱਲੇ ਖੂਨ ਨੂੰ ਵੇਖ ਕੇ ਬੈਰਾਗੀ ਬਣਿਆ ਸੀ। ਖੁਇਰ ਖੂਨ ਡੋਲ ਕੇ ਉਹਦੇ ਅੰਦਰ ਦੇ ਬੈਰਾਗ ਨੂੰ ਵੀਰ ਰਸ ਵਿੱਚ ਪੈਦਾ ਕਰਦੇ, ਫਿਰ ਉਹ ਬੈਰਾਗੀ ਬਹਾਦਰ ਬਣਦਾ ਹੈ। ਲੋਕ ਅੱਜ ਵੀ ਬੰਦਾ ਬੈਰਾਗੀ ਕਹਿ ਕੇ ਅਪਮਾਨ ਕਰ ਜਾਂਦੇ ਐ, ਪਰ ਉਹ ਬੰਦਾ ਬੈਰਾਗੀ ਪਹਿਲਾਂ ਸੀ, ਪਰ ਬੰਦਾ ਬਣ ਕੇ ਉਹ ਬਹਾਦਰ ਬਣ ਗਿਆ। ਅੰਮ੍ਰਿਤ ਛਕ ਕੇ ਨਾਮ ਗੁਰਬਖਸ਼ ਸਿੰਘ ਵੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਰੱਖਿਆ। ਕਹਿਣ ਦਾ ਭਾਵ ਇਹ ਗੁਰੂ ਦੇ ਕੌਤਕ ਨੇ। ਕਈ ਮਨ 'ਚ ਸੋਚਣਗੇ ਗੁਰੂ ਸਾਹਿਬ ਕਿਉਂ ਇਦਾਂ ਜੀਵਾਂ ਨੂੰ ਮਾਰਦੇ ਸੀ, ਪਰ ਜਦੋਂ ਕਿਸੇ ਕੌਮ ਦੀ ਸਿਰਜਣਾ ਕਰਨ ਵਾਸਤੇ ਵੀਰ ਰਸ ਪੈਦਾ ਕਰਨਾ ਹੋਵੇ ਨਾ, ਵੱਡੇ ਵੱਡੇ ਜੰਗਾਂ ਵਿੱਚ ਜ਼ਾਲਮਾਂ ਦਾ ਟਾਕਰਾ ਕਰਨਾ ਸਿਖਾਉਣਾ ਹੋਵੇ, ਤੇ ਫਿਰ ਉਸ ਵਕਤ ਵੀਰ ਰਸ ਪੈਦਾ ਕਰਨ ਵਾਸਤੇ ਇਦਾਂ ਦੇ ਸ਼ਿਕਾਰ ਖੇਡ ਖੇਡ ਕੇ ਫਿਰ ਤਿਆਰੀਆਂ ਕਰਾਈਆਂ ਜਾਂਦੀਆਂ ਨੇ। ਇਸ ਕਰਕੇ ਗੁਰੂ ਦੇ ਇਹ ਨਿਰਾਲੇ ਕੌਤਕ ਨੇ, ਇਹਨਾਂ ਤੇ ਕਦੀ ਸ਼ੰਕਾ ਸਿੱਖ ਨੂੰ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਬਹੁਤ ਸ਼ਿਕਾਰ ਦੀਆਂ ਖੇਡਾਂ ਖੇਡਦੇ ਹਨ। ਜਿਮ ਰਗਬੁਰ ਗਨ ਸੈਨ ਸਕੇਲੇ, ਕਹਿੰਦੇ ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਵੀ ਕਦੀ ਬਹੁਤ ਸਾਰੀ ਫੌਜ ਰੱਖੀ ਸੀ। ਸਰਜੋ ਤੀਰ ਅਖੀਰ ਸੋ ਖੇਲੇ, ਉਹਨਾਂ ਨੇ ਸਰਯੂ ਨਦੀ ਦੇ ਕਿਨਾਰੇ ਤੇ ਉਹਨਾਂ ਨੇ ਵੀ ਇਦਾਂ ਦੀ ਫੌਜ ਰੱਖ ਕੇ ਸ਼ਿਕਾਰ ਆਦਿਕ ਖੇਡਣ ਦੇ ਖੇਡ ਉਹਨਾਂ ਵੀ ਖੇਡੇ ਸਨ। ਗਨ ਜਾਦਵ ਕੋ ਸੰਗ ਚੜਾਏ, ਜਿਸ ਤਰੀਕੇ ਨਾਲ ਯਾਦਵਾਂ ਨੂੰ ਤੇ ਯਾਦਵਾਂ ਦੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ, ਜਥਾ ਕ੍ਰਿਸ਼ਨ ਕਾਨਨ ਫਿਰ ਆਏ, ਜਿਵੇਂ ਸ਼੍ਰੀ ਕ੍ਰਿਸ਼ਨ ਜੀ ਜੰਗਲ ਦੇ ਵਿੱਚ ਜਾ ਕੇ ਉਹਨਾਂ ਯਾਦਵਾਂ ਦੇ ਨਾਲ ਮਿਲ ਕੇ ਸ਼ਿਕਾਰ ਖੇਡਦੇ ਸਨ। ਅਪਰ ਮਹਾ ਧਰਮਾਤਮ ਰਾਜੇ, ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਬੜੇ ਬੜੇ ਧਰਮੀ ਰਾਜੇ ਹੋਏ ਨੇ, ਜਿਨ੍ਹਾਂ ਨੇ ਇਸ ਤਰੀਕੇ ਦੇ ਕਾਰਜ ਕੀਤੇ ਸਨ। ਵਿਚਰੇ ਬਨ ਅਖੀਰ ਬ੍ਰਿਤ ਕਾਜੇ, ਉਹਨਾਂ ਨੇ ਵੀ ਇਸ ਤਰ੍ਹਾਂ ਲੋਕ ਭਲਾਈ ਵਾਸਤੇ, ਸ਼ਸਤਰ ਅਭਿਆਸ ਵਾਸਤੇ ਜੰਗਲਾਂ ਵਿੱਚ ਜਾ ਕੇ ਉਹਨਾਂ ਧਰਮੀ ਰਾਜਿਆਂ ਨੇ ਵੀ ਬੜੇ ਬੜੇ ਸ਼ਿਕਾਰ ਕੀਤੇ ਸਨ। ਤਿਮ ਸ਼੍ਰੀ ਸਤਿਗੁਰ ਹਰ ਗੋਬਿੰਦ, ਇਸੇ ਤਰ੍ਹਾਂ ਮੀਰੀ ਪੀਰੀ ਦੇ ਮਾਲਕ, ਇੱਕ ਵਾਰ ਸਾਰੇ ਆਖੀਏ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਨਿਰਾਲੇ ਕੌਤਕ ਕਰ ਰਹੇ ਹਨ। ਕਰਹਿ ਸ਼ਿਕਾਰ ਬਿਹਾਰ ਬਿਲੰਦ, ਇਸ ਤਰ੍ਹਾਂ ਵੱਡੇ ਆਨੰਦ ਸਹਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਕੌਤਕ ਕਰਦਿਆਂ ਹੋਇਆਂ ਸ਼ਿਕਾਰ ਕਰਦੇ ਐ, ਤੇ ਸਿੱਖਾਂ ਨੂੰ ਸ਼ਿਕਾਰ ਦੇ ਰਾਹੀਂ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਹਨ। ਚੰਮੂ ਚੜੇ ਲਵ ਮੈਂ ਰਜ ਛਾਵੈ, ਫੌਜ ਦੇ ਵਿੱਚ ਜਿਸ ਵਕਤ ਸਤਿਗੁਰੂ ਪਾਤਸ਼ਾਹ ਤਿਆਰੀ ਕਰਾ ਕੇ ਫੌਜਾਂ ਦਾ ਕਾਫਲਾ ਲੈ ਕੇ ਚੱਲਦੇ ਨੇ ਨਾ, ਤੇ ਗੁਰੂ ਕੀ ਸੈਨਾ ਜਿਸ ਵਕਤ ਘੋੜਿਆਂ ਤੇ ਸਵਾਰ ਹੁੰਦੀ ਹੈ, ਤੇ ਇਸ ਤਰ੍ਹਾਂ ਧਰਤੀ ਦੇ ਵਿੱਚੋਂ ਧੂੜ ਉੱਡਦੀ ਹੈ ਜਿਵੇਂ ਆਕਾਸ਼ ਦੇ ਵਿੱਚ ਫਿਰ ਬੱਦਲ ਛਾ ਗਏ ਹੋਣ। ਛੁਟੈ ਤੁਫੰਗਨ ਸ਼ਬਦ ਉਠਾਵੈ, ਫਿਰ ਜਦੋਂ ਗੁਰੂ ਸਾਹਿਬ ਤੇ ਸਿੱਖ ਆਪਣੇ ਹੱਥ ਵਿੱਚ ਪਕੜ ਕੇ ਬੰਦੂਕਾਂ ਚਲਾਉਂਦੇ ਨੇ, ਤੇ ਬੰਦੂਕਾਂ ਦੀ ਆਵਾਜ਼ ਆਕਾਸ਼ ਦੇ ਵਿੱਚ ਗੁੰਜਾਰਾਂ ਪਾ ਦਿੰਦੀਆਂ ਹਨ। ਮਹਾ ਕੁਦਾਏ ਪਲਾਏ ਤੁਰੰਗ, ਘੋੜੇ ਬੜੀ ਸ਼ਾਨ ਦੇ ਨਾਲ ਛਾਲਾਂ ਮਾਰਦੇ ਨੇ, ਕੁੱਦਦੇ ਹਨ ਜਿਸ ਵਕਤ। ਅਜ ਸ਼ੋਭਤ ਜਨ ਜਾਹੇ ਕੁਰੰਗ, ਜਿਵੇਂ ਕਿਤੇ ਹਿਰਨ ਨਹੀਂ ਛਾਲਾਂ ਮਾਰਦਾ, ਨੱਚਦਾ ਕੁੱਦਦਾ, ਕਹਿੰਦੇ ਹਿਰਨ ਦੇ ਵਾਂਗੂ ਇਹ ਘੋੜੇ ਵੀ ਇਸੇ ਤਰ੍ਹਾਂ ਦੜਾਉਂਦੇ ਨੇ, ਛਾਲਾਂ ਮਰਾਉਂਦੇ ਹਨ। ਦਿਨ ਪ੍ਰਤ ਸਤਿਗੁਰ ਚਾਰ ਸ਼ਰੀਰ, ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੀ ਗੱਲ ਕਵੀ ਜੀ ਨੇ ਅੱਗੇ ਬੜੇ ਸੁੰਦਰ ਢੰਗ ਨਾਲ ਬਿਆਨ ਕੀਤੀ। ਕਹਿੰਦੇ ਜਿੱਥੇ ਸ਼ਿਕਾਰ ਦਾ ਅਭਿਆਸ ਹੋ ਰਿਹਾ ਹੈ, ਸ਼ਸਤਰਾਂ ਦਾ ਅਭਿਆਸ ਹੋ ਰਿਹਾ ਹੈ, ਕਹਿੰਦੇ ਇਦਾਂ ਦਿਨੋਂ ਰਾਤ ਕਰਕੇ ਸਤਿਗੁਰਾਂ ਦਾ ਸੁੰਦਰ ਸਰੀਰ ਉਹ ਡੀਲ ਡੋਲ ਵੀ ਬੜਾ ਪ੍ਰਗਟ ਹੋ ਰਿਹਾ ਹੈ, ਨਿਰਾਲਾ ਰੂਪ ਚਮਕ ਕੇ ਸਾਹਮਣੇ ਆ ਰਿਹਾ ਹੈ। ਬਲ ਜੁਤ ਬਦੇ ਹਿਰਦੇ ਬਹੁ ਧੀਰ, ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਦਿਨ ਰਾਤ ਕਰਕੇ ਬਲ ਵੱਧਦਾ ਜਾਂਦਾ ਹੈ, ਹਿਰਦੇ ਵਿੱਚ ਧੀਰਜ ਵੀ ਨਾਲ ਨਾਲ ਵੱਧਦਾ ਜਾਂਦਾ ਹੈ। ਚਰਨ ਬਿਲੰਦ ਮ੍ਰਿਦਲ ਅਰਬਿੰਦ, ਕਹਿੰਦੇ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦਾ ਧਿਆਨ ਧਰੀਏ। ਕਿੰਨੇ ਸੋਹਣੇ ਸਤਿਗੁਰਾਂ ਦੇ ਚਰਨ ਨੇ, ਜਿਵੇਂ ਕਮਲ ਦੀਆਂ ਸੋਹਣੀਆਂ ਪੰਖੜੀਆਂ ਖਿੜੀਆਂ ਹੁੰਦੀਆਂ ਨੇ, ਤੇ ਕਮਲ ਵਰਗੇ ਕੋਮਲ, ਬੜੇ ਕੋਮਲ ਸਤਿਗੁਰਾਂ ਦੇ ਸੋਹਣੇ ਸੋਹਣੇ ਚਰਨ ਨੇ। ਕਮਲ ਨਾਲ ਉਪਮਾ ਤਾਂ ਦਿੱਤੀ ਜਾਂਦੀ ਹੈ ਜਿਵੇਂ ਕਮਲ ਪਾਣੀ ਜਾਂ ਚਿੱਕੜ ਵਿੱਚ ਖਿੜਦਾ ਤੇ ਹੈ ਪਰ ਡੁੱਬਦਾ ਨਹੀਂ, ਨਿਰਲੇਪ ਰਹਿੰਦਾ ਹੈ ਪਾਣੀ ਚਿੱਕੜ ਦੇ ਵਿੱਚ। ਇਦਾਂ ਹੀ ਸੰਸਾਰ ਵਿੱਚ ਗੁਰੂ ਕੇ ਚਰਨ ਸੰਸਾਰ ਦੇ ਮੋਹ ਮਾਇਆ ਤੋਂ, ਵਿਕਾਰਾਂ ਤੋਂ ਨਿਰਲੇਪ ਨੇ।
ਇਦਾਂ ਬੜੇ ਸੋਹਣੇ ਕੋਮਲ ਕਮਲ ਵਰਗੇ ਸਤਿਗੁਰਾਂ ਦੇ ਚਰਨ ਹਨ। ਨਕ ਸੁੰਦਰ ਜੁਤ ਅੰਗੁਰੀ ਚਰਨ। ਸੰਗਤ ਜੀ, ਜਿਉਂ-ਜਿਉਂ ਆਪਾਂ ਇਹ ਪ੍ਰਸੰਗ ਸੁਣਦਾ ਜਾਵਾਂਗੇ ਨਾ, ਆਪਣੇ ਨਾਲ ਮਨ ਵਿੱਚ ਧਿਆਨ ਧਰਦੇ ਚੱਲਿਓ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ। ਇੱਕ ਇੱਕ ਰੂਪ ਉਹਨਾਂ ਦਾ ਉਜਾਗਰ ਹੋਏਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਸਰੂਪ ਸਾਹਮਣੇ ਆ ਜਾਣਾ ਹੈ, ਜਿਵੇਂ ਕਵੀ ਜੀ ਨੇ ਬਿਆਨ ਕੀਤਾ ਹੈ। ਤੇ ਇੱਥੇ ਉਹਨਾਂ ਨੇ ਕਵਿਤਾ ਰਾਹੀਂ ਗੁਰੂ ਕੇ ਸੁੰਦਰ ਸਰੂਪ ਦੇ ਦਰਸ਼ਨ ਕਰਾ ਦੇਣੇ ਆ। ਤੇ ਬੜੇ ਧਿਆਨ ਨਾਲ ਸੁਣੋ, ਕਮਲ ਵਰਗੇ ਬੜੇ ਕੋਮਲ ਜਿੱਥੇ ਚਰਨ ਨੇ, ਉੱਥੇ ਸਤਿਗੁਰ ਪਾਤਸ਼ਾਹ ਦੇ ਜਿਹੜੇ ਨਹੁੰ ਨੇ, ਨਾਖੂਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਇਹ ਵੀ ਬੜੇ ਸੋਹਣੇ ਅੰਗੁਲੀਆਂ ਦੇ ਨਾਲ ਬੜੇ ਸੋਹਣੇ ਲੱਗਦੇ ਹਨ। ਏਡੀ ਜੁਗਤ ਅਰੁਣ ਹੈ ਬਰਨ। ਜਿਹੜੀਆਂ ਸਤਿਗੁਰਾਂ ਦੀਆਂ ਅੱਡੀਆਂ ਨੇ, ਇਹ ਬੜੀਆਂ ਸੋਹਣੀਆਂ ਲਾਲ ਰੰਗ ਦੀਆਂ ਸੋਹਣੀਆਂ ਲੱਗਦੀਆਂ ਹਨ। ਗੁਲਫ ਉਤੰਗ ਸ਼ੁਭੋ ਪਰ ਅਚਰਨ। ਫਿਰ ਸੋਹਣੇ ਚਰਨਾਂ ਦੇ ਉੱਪਰ ਉੱਚੀਆਂ ਉੱਚੀਆਂ ਅੱਡੀਆਂ, ਉਹ ਅੱਡੀਆਂ ਵੀ ਬੜੀਆਂ ਸੋਹਣੀਆਂ ਲੱਗਦੀਆਂ ਹਨ। ਅੱਡੀਆਂ ਦੇ ਉੱਪਰ ਗਿੱਟੇ, ਅੱਡੀਆਂ ਦੇ ਉੱਪਰ ਉੱਚੇ ਉੱਚੇ ਗਿੱਟੇ ਨੇ ਸਤਿਗੁਰ ਪਾਤਸ਼ਾਹ ਮਹਾਰਾਜ ਦੇ। ਗੁਲਫ ਕਹਿੰਦੇ ਨੇ ਗਿੱਟਿਆਂ ਨੂੰ, ਉੱਚੇ, ਇਹ ਬੜੇ ਸੋਹਣੇ ਲੱਗਦੇ ਹਨ। ਜਾਨੂ ਜੰਗ ਮਹਾਦਿੜ ਹੋਏ। ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਜਿਹੜੇ ਗੋਡੇ ਨੇ, ਜਿਹੜੀਆਂ ਲੱਤਾਂ ਨੇ, ਇੰਨੀਆਂ ਮਜ਼ਬੂਤ ਹਨ। ਮਨੋ ਓਜ ਕੇ ਥੰਬ ਖਰੋਏ। ਜਿਵੇਂ ਕਿਤੇ ਵੱਡੇ ਤਾਕਤ ਵਾਲੇ ਥੰਮ ਖਲੋਤੇ ਹੁੰਦੇ ਨਾ ਕਿਸੇ ਥਾਂ ਤੇ, ਇਦਾਂ ਮਜ਼ਬੂਤ ਗੋਡੇ ਤੇ ਮਜ਼ਬੂਤ ਲੱਤਾਂ ਹਨ ਗਰੀਬ ਨਿਵਾਜ ਦੀਆਂ। ਅਯੁਤ ਛਾਤੀ ਅਤਸ਼ੈ ਗਾਢੇ। ਚੌੜੀ ਛਾਤੀ ਹੈ ਸਤਿਗੁਰ ਪਾਤਸ਼ਾਹ ਦੀ, ਏਡੀ ਬਲਵਾਨ ਛਾਤੀ ਇਸ ਤਰੀਕੇ ਦੇ ਨਾਲ ਮਜ਼ਬੂਤ ਹੈ। ਵਜਰ ਕਪਾਟ ਕਠਨ ਰਿਪ ਠਾਂਡੇ। ਜਿਵੇਂ ਕਿਤੇ ਮਜ਼ਬੂਤ ਦਰਵਾਜ਼ੇ ਹੋਣ ਤੇ ਦੁਸ਼ਮਣ ਵਾਸਤੇ ਤੋੜਨੇ ਬੜੇ ਔਖੇ ਹੋਣ, ਇਦਾਂ ਬਲਵਾਨ ਦਰਵਾਜ਼ੇ ਨੂੰ ਤੋੜਨ ਵਾਸਤੇ ਦੁਸ਼ਮਣ ਪੂਰਾ ਜ਼ੋਰ ਲਾਉਂਦਾ ਹੈ, ਪਰ ਦਰਵਾਜ਼ੇ ਟਸ ਤੋਂ ਮਸ ਨਹੀਂ ਹੁੰਦੇ। ਇਦਾਂ ਚੌੜੀ ਛਾਤੀ, ਜਿਵੇਂ ਦੁਸ਼ਮਣ ਦੇ ਸਾਹਮਣੇ ਕਿਲੇ ਵਿੱਚ ਵੜਨ ਤੋਂ ਪਹਿਲਾਂ ਚੌੜੀ ਛਾਤੀ ਰੂਪੀ ਦਰਵਾਜ਼ਾ ਡਾਇਆ ਹੋਵੇ, ਇਦਾਂ ਮਜ਼ਬੂਤ ਛਾਤੀ ਹੈ ਗਰੀਬ ਨਵਾਜ ਦੀ। ਉਦਰ ਸਤਰ ਵਾਲੀ ਸੁੰਦਰ ਸੋਹਤ। ਫਿਰ ਸਤਿਗੁਰਾਂ ਦੇ ਢਿੱਡ ਦੇ ਉੱਪਰ, ਅੱਜ ਆਪਾਂ ਕਹਦੇ ਨਾ 6 ਪੈਕ ਕਿਸੇ ਦੇ ਬਣਦੇ ਹੁੰਦੇ ਆ, ਇਦਾਂ 3 ਵੱਲ ਪੈਂਦੇ ਆ ਗੁਰੂ ਸਾਹਿਬ ਦੇ ਢਿੱਡ ਤੇ, 6 ਪੈਕ ਹੀ ਇਹਨੂੰ ਕਿਹਾ ਜਾਂਦਾ। ਇਦਾਂ ਸੁੰਦਰ ਸਤਰਵਲੀ, ਇਹ ਸੋਹਣੇ 3 ਵੱਲ ਜਿਹੜੇ ਨੇ ਸਤਿਗੁਰਾਂ ਦੇ ਢਿੱਡ ਤੇ ਪੈਂਦੇ ਹਨ। ਨਾਭ ਗੰਭੀਰ ਦਿਖਤ ਚਿਤ ਮੋਹਤ। ਡੂੰਗੀ ਜਿਹੜੀ ਨਾਭੀ ਹੈ ਧੁੰਨੀ, ਇੰਨਾ ਸੋਹਣਾ ਸਰੂਪ ਹੈ, ਜਿਹੜਾ ਵੇਂਦਾ ਹੈ ਨਾ, ਦੀਦਾਰ ਕਰਦਾ ਹੈ, ਉਹਦਾ ਚਿੱਤ ਜਿਹੜਾ ਹੈ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ, ਮਨ ਮੋਹਿਆ ਜਾਂਦਾ ਹੈ। ਬਾਹੁ ਅਜਾਨ ਸੋ ਅਸ ਅਨੁਮਾਨੋ। ਫਿਰ ਬਾਹੋ ਅਜਾਨ, ਜਾਪ ਸਾਹਿਬ ਵਿੱਚ ਵੀ ਪੜ੍ਹਦੇ ਨਾ, ਆਜਾਨ ਬਾਹ। ਹੁਣ ਆਜਾਨ ਬਾਹ ਦਾ ਮਤਲਬ ਹੁੰਦਾ ਲੰਮੀਆਂ ਬਾਹਾਂ, ਗੋਡਿਆਂ ਤੱਕ ਲੰਮੀਆਂ ਬਾਹਾਂ, ਇਦਾਂ ਮਜ਼ਬੂਤ। ਇਹ ਬਹਾਦਰ ਸੂਰਮਿਆਂ ਦੀਆਂ ਹੁੰਦੀਆਂ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਬਾਰੇ ਵੀ ਇਸੇ ਤਰੀਕੇ ਦਾ ਜ਼ਿਕਰ ਮਿਲਦਾ, ਜਿਨ੍ਹਾਂ ਦਰਸ਼ਨ ਕੀਤੇ ਨੇ ਭਾਗਾਂ ਵਾਲੇ। ਤੇ 6ਵੇਂ ਪਾਤਸ਼ਾਹ ਦੇ ਬਾਰੇ ਇਹ ਆਜਾਨ ਬਾਹੋ ਦਾ ਜ਼ਿਕਰ ਹੈ ਕਿ ਲੰਮੀਆਂ ਬਾਹਾਂ, ਗੋਡਿਆਂ ਤੱਕ ਲੰਮੀਆਂ। ਤੇ ਇਸ ਤਰੀਕੇ ਦਾ ਅਨੁਮਾਨ ਲਾਇਆ ਜਾ ਸਕਦਾ ਇਹਨਾਂ ਬਾਹਾਂ ਦੇ ਦਰਸ਼ਨ ਕਰਕੇ, ਜਿਵੇਂ ਸ਼ੁਭਦ ਕਰੀ ਕਰ ਬਲੀ ਮਹਾਨੋ। ਜਿਵੇਂ ਇੱਕ ਬਲਵਾਨ ਹਾਥੀ ਹੁੰਦਾ ਹੈ ਨਾ, ਤੇ ਬਲਵਾਨ ਹਾਥੀ ਦੀ ਅੱਗੇ ਸੁੰਨ ਹੁੰਦੀ ਹੈ, ਕਿੱਡੀ ਬਲਵਾਨ ਹੁੰਦੀ ਹੈ, ਦਰਖਤਾਂ ਨੂੰ ਜੜੋਂ ਪੁੱਟ ਕੇ ਬਾਹਰ ਰੱਖ ਦਿੰਦੀ ਹੈ। ਉਹ ਸੁੰਨ ਦੇ ਅੱਗੇ ਫਿਰ ਵੱਡੇ ਵੱਡੇ ਕੋਈ ਵੀ ਆ ਕੇ ਟਿਕਦਾ ਨਹੀਂ ਹੈ, ਜਿੱਧਰ ਮਰਜੀ ਸੁੰਨ ਨਾਲ ਮਾਰ ਕੇ ਪਾਸੇ ਕਰਦੇ। ਕਹਿੰਦੇ ਜਿਵੇਂ ਬਲਵਾਨ ਹਾਥੀ ਦੀ ਸੁੰਨ ਹੋਵੇ, ਕਹਿੰਦੇ ਇਦਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਗੋਡਿਆਂ ਤੱਕ ਲੰਮੀਆਂ ਇਹ ਮਜ਼ਬੂਤ ਬਾਹਾਂ ਜਿਹੜੀਆਂ ਸੀ ਦਰਸ਼ਨ ਦਿੰਦੀਆਂ ਸਨ। ਦੇਵਤ ਪ੍ਰਚੰਡ ਵੱਡੇ ਪੁਜ ਦੰਡ। ਫਿਰ ਜਿਹੜੀਆਂ ਬਾਹਾਂ ਦੇ ਡੌੜੇ ਨੇ, ਇਹਨਾਂ ਦੀ ਸ਼ੋਭਾ ਤੇ ਚਮਕ ਤੇ ਵਾਕਈ ਨਿਰਾਲੀ ਸੀ ਸੰਗਤ ਜੀ। ਮਨੋ ਬਜਰ ਕੇ ਇਹ ਜੁਗ ਖੰਡ। ਜਿਵੇਂ ਇੰਦਰ ਦੇ ਹੱਥ ਵਿੱਚ ਮਜ਼ਬੂਤ ਸ਼ਸਤਰ ਇੱਕ ਵਜਰ ਮੰਨਿਆ ਜਾਂਦਾ, ਤੇ ਇਦਾਂ ਮੰਨ ਲਓ ਵਜਰ ਦੇ 2 ਟੁਕੜੇ ਨੇ, ਤੇ ਇਹ ਬਾਹਾਂ ਦੇ ਵਿੱਚ ਮੰਨੋ ਇਹ ਵਜਰ ਦੇ ਦੰਡ ਬਣ ਕੇ ਇਸ ਤਰੀਕੇ ਨਾਲ ਡੌਲੇ ਬੜੇ ਮਜ਼ਬੂਤ ਹਨ ਸਤਿਗੁਰਾਂ ਦੇ। ਤੁੰਗ ਸਗੰਦਨ ਤੇ ਬਹੁ ਸ਼ੈਲ। ਫਿਰ ਜਿਹੜੇ ਮੋਢੇ ਨੇ, ਉੱਚੇ ਉੱਚੇ ਮੋਢੇ ਬੜੇ ਸੋਹਣੇ ਇਦਾਂ ਦੇ ਲੱਗਦੇ ਹਨ, ਜਿਮ ਕ੍ਰਿਕਚਰ ਸੂਨੋ ਵੱਡ ਬੈਲ। ਜਿਵੇਂ ਕਿਸੇ ਵਕਤ ਸੁੰਨੀ ਰਾਖੀਹੀਨ ਖੇਤੀ ਨੂੰ ਚਰਨ ਵਾਲੇ ਜਿਹੜੇ ਬਲਦ ਹੁੰਦੇ ਨਾ ਮਜ਼ਬੂਤ ਵੱਡੇ, ਉਹਨਾਂ ਬਲਦਾਂ ਦੇ ਜਿਹੜੇ ਮੋਢਿਆਂ ਨਾਲ ਵਾਂਗੋ ਉਹ ਉਦਾਂ ਮੋਢੇ ਉੱਚੇ ਉੱਚੇ ਹੁੰਦੇ ਨੇ ਜਿਵੇਂ ਬਲਦ ਦੇ, ਉਸ ਤਰੀਕੇ ਨਾਲ ਇਦਾਂ ਮਜ਼ਬੂਤ ਉੱਚੇ ਬਲਵਾਨ ਮੋਢੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ। ਗਰੀਵਾ ਸਵਾ ਗਲਿਸ਼ਤ ਉਚਾਰੀ। ਹੁਣ ਜਿਹੜੀ ਗਰਦਨ ਹੈ ਸਤਿਗੁਰੂ ਪਾਤਸ਼ਾਹ ਜੀ ਦੀ, ਧਿਆਨ ਨਾਲ ਸੁਣਿਓ। ਆਪਾਂ ਆਪਣੀ ਗਰਦਨ ਨਾਪੀਏ ਤੇ 5-6 ਉਂਗਲਾਂ ਤੱਕ ਹੀ ਹੋਏਗੀ, ਕਿਸੇ ਦੀ 3, ਕਿਸੇ ਦੀ 5, ਕਿਸੇ ਦੀ 6, ਇੰਨੀ। ਤੇ ਪਰ ਸਵਾ ਗਿੱਠ ਨਾਪ ਲਿਓ ਜੇ,
ਸਵਾ ਗਿੱਠ ਦੇ ਕਰੀਬ ਏਦਾਂ ਦੀ ਉੱਚੀ ਗਰਦਨ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ। ਮੁਕਤਾ ਹੀਰਨ ਦਿਵਤ ਕਨੇਰੀ। ਸੋਹਣੀ ਗਲ ਦੇ ਵਿੱਚ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਤੇ ਗੁਰੂ ਸਾਹਿਬ ਦੇ ਗਲ ਵਿੱਚ ਪੈ ਕੇ ਉਹਨਾਂ ਦੀ ਵੀ ਮਾਨੋ ਸ਼ੋਭਾ ਵੱਧ ਗਈ ਹੈ। ਚਿਬਕ ਚਾਰ ਚੌਰੀ ਕੁਛ ਗੋਲ। ਫਿਰ ਸਤਿਗੁਰਾਂ ਦੀ ਠੋਡੀ ਨਾਲ ਨਾਲ ਅੰਦਰ ਨਾ ਆਪਣੇ ਸਰੂਪ ਬਣਾਈ ਚੱਲੋ, ਦਰਸ਼ਨ ਕਰਦੇ ਚੱਲੋ। ਤੇ ਜਿਹੜੀ ਠੋਡੀ ਹੈ ਸਤਿਗੁਰੂ ਪਾਤਸ਼ਾਹ ਦੀ ਬੜੀ ਸੋਹਣੀ, ਥੋੜੀ ਜੀ ਚੌੜੀ ਹੈ ਤੇ ਨਾਲੇ ਗੋਲ ਸਤਿਗੁਰਾਂ ਦੀ ਠੋਡੀ ਹੈ। ਸੁੰਦਰ ਦਮਕਦ ਜੁਗਲ ਕਪੋਲ। ਫਿਰ ਦੋਵੇਂ ਸਤਿਗੁਰ ਪਾਤਸ਼ਾਹ ਦੇ ਜਿਹੜੇ ਬੁੱਲ ਨੇ ਨਾ ਇੰਨੇ ਸੋਹਣੇ ਬੜੇ ਪਿਆਰੇ ਲੱਗਦੇ ਨੇ। ਇਹ ਸੁਰਖ ਬੁੱਲ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਬੜੇ ਸੁੰਦਰ ਚਮਕਦੇ ਹਨ। ਤੇ ਨਾਲ ਸਤਿਗੁਰੂ ਪਾਤਸ਼ਾਹ ਦੇ ਜਿੱਥੇ ਠੋਡੀ ਦੀ ਗੱਲ ਕੀਤੀ ਉੱਥੇ ਗੱਲਾਂ ਜਿਹੜੀਆਂ ਦੋਵੇਂ ਸਤਿਗੁਰੂ ਪਾਤਸ਼ਾਹ ਦੀਆਂ ਇਹ ਸੁੰਦਰ ਚਮਕਾਂ ਮਾਰਦੀਆਂ ਨੇ ਦੋਵੇਂ ਗੱਲਾਂ। ਅਦਰ ਮ੍ਰਿਦਲ ਅਰ ਲਾਲ ਵਿਸਾਲਾ। ਜਿਹੜੇ ਬੁੱਲ ਨੇ ਸਤਿਗੁਰੂ ਪਾਤਸ਼ਾਹ ਦੇ ਇਹ ਬਿਲਕੁਲ ਕੋਮਲ ਅਤੇ ਲਾਲ ਰੰਗ ਦੇ ਨਜ਼ਰ ਆਉਂਦੇ ਹਨ। ਹੀਰਨ ਪੰਕਤ ਦੰਤ ਉਜਾਲਾ। ਤੇ ਬੁੱਲਾਂ ਦੇ ਅੰਦਰ ਸੋਹਣੇ ਸੋਹਣੇ ਦੰਦ, ਇੰਜ ਲੱਗਦਾ ਜਿਵੇਂ ਹੀਰਿਆਂ ਦੀਆਂ ਪੰਕਤੀਆਂ ਲੱਗੀਆਂ ਹੋਣ। ਸੋਹਣੇ ਹੀਰੇ ਚਮਕਦੇ ਆ, ਏਦਾਂ ਸੋਹਣੇ ਚਮਕਦੇ ਹੋਏ ਦੰਦ ਸਨ ਦਾਤੇ ਦੇ। ਮੁਸਕਾਵਤ ਐਸੇ ਦਮਕਾਵਤ। ਤੇ ਜਦੋਂ ਸਤਿਗੁਰੂ ਜੀ ਆਪਣੇ ਬੁੱਲਾਂ ਰਾਹੀਂ ਥੋੜੀ ਜੀ ਮੁਸਕਾਨ ਬਿਖੇਰਦੇ ਨੇ ਤੇ ਉਹਨਾਂ ਦੇ ਅੰਦਰ ਹੀਰਿਆਂ ਵਰਗੇ ਦੰਦ ਚਮਕਦੇ ਇੰਜ ਲੱਗਦੇ ਹਨ। ਸੰਪੁਟ ਬਿਦਰਮ ਕਲੀ ਲਖਾਵਤ। ਜਿਸ ਤਰੀਕੇ ਨਾਲ ਸਾਧ ਸੰਗਤ ਜੀ ਗੁੱਲੀਆਂ ਦੇ ਡੱਬੇ ਦੇ ਵਿੱਚ ਭਾਵ ਇੱਕ ਡੱਬੇ ਦੇ ਅੰਦਰ ਚੰਬੇ ਦੀਆਂ ਕਲੀਆਂ ਬੜੀਆਂ ਚਮਕਦਾਰ ਹੁੰਦੀਆਂ ਨੇ, ਸੋਹਣੀਆਂ। ਉਹ ਚੰਬੇ ਦੀਆਂ ਕਲੀਆਂ ਜਿਵੇਂ ਡੱਬਾ ਖੋਲੀਏ ਤੇ ਚਮਕਦੀਆਂ ਨੇ ਨਾ, ਇਦਾਂ ਚੰਬੇ ਦੀਆਂ ਕਲੀਆਂ ਵਾਂਗੂ ਮੁਸਕਰਾਹਣ ਦੇਣ ਤੇ ਇਹ ਦੰਦ ਚਮਕਦੇ ਬੜੇ ਪਿਆਰੇ ਲੱਗਦੇ ਹਨ। ਮੁਖ ਮੰਡਲ ਆਯੁਧ ਪਤਾਵੈ। ਸੋਹਣਾ ਗੋਲ ਰੰਗ ਦਾ ਚੌੜਾ ਮੁਖ, ਉਹਦੀ ਤੇ ਚਮਕੀ ਸੰਗਤ ਜੀ ਨਿਰਾਲੀ ਹੈ। ਕਿਹੜਾ ਬਿਆਨ ਕਰੇ, ਗੁਰੂ ਸਾਹਿਬ ਵੱਲ ਵੇਖ ਕੇ ਤੇ ਹੱਥ 'ਚ ਚਿੱਤਰਕਾਰ ਦੇ ਹੱਥੋਂ ਵੀ ਕਲਮ ਛੁੱਟ ਜਾਏਗੀ, ਇੰਨਾ ਤੇਜ ਹੈ ਗੁਰੂ ਸਾਹਿਬ ਦੇ ਚਿਹਰੇ ਉੱਪਰ। ਕਮਲ ਪ੍ਰਫੁੱਲਤ ਮਹਿਤ ਲਖਾਵੈ। ਕਹਿੰਦੇ ਇੰਜ ਕਹਿ ਸਕਦੇ ਆ ਜਿਵੇਂ ਕਮਲ ਦਾ ਫੁੱਲ, ਵੱਡਾ ਸਾਰਾ ਕਮਲ ਦਾ ਫੁੱਲ ਖਿੜਿਆ ਹੋਵੇ ਨਾ ਤੇ ਭਵਰੇ ਨੂੰ ਆਪਣੇ ਵਾਲੇ ਪਾਸੇ ਆਕਰਸ਼ਿਤ ਕਰ ਲੈਂਦਾ। ਕਹਿੰਦੇ ਸਿੱਖ ਰੂਪੀ ਭਵਰੇ ਗੁਰੂ ਸਾਹਿਬ ਦੇ ਸੋਹਣੇ ਕਮਲ ਵਰਗੇ ਮੁਖੜੇ ਨੂੰ ਵੇਖ ਕਰਕੇ ਪ੍ਰਭਾਵਿਤ ਹੋ ਕੇ ਖਿੱਚੇ ਹੀ ਚਲੇ ਜਾਂਦੇ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਵੱਲ। ਤੇ ਇੰਨਾ ਸੁੰਦਰ ਰੂਪ ਹੈ ਸਤਿਗੁਰਾਂ ਦਾ, ਕਵੀ ਜੀ ਕਹਿੰਦੇ ਕੌਣ ਬਿਆਨ ਕਰ ਸਕਦਾ ਹੈ। ਸਾਰਦ ਚੰਦ ਮਨੋ ਸੁਖ ਕੰਦ। ਪਰ ਉਦਾਹਰਨਾਂ ਦਿੰਦੇ ਨੇ, ਪਰ ਇਹ ਨਹੀਂ ਕਿ ਫਾਈਨਲ ਹੋ ਗਿਆ। ਉਦਾਹਰਨਾਂ ਦਿੰਦੇ, ਕਹਿੰਦੇ ਜਿਵੇਂ ਸਰਦੀ ਦੀ ਰੁੱਤ ਵਿੱਚ ਚੰਦਰਮਾ, ਹੁਣ ਸਰਦੀ ਦੀ ਰੁੱਤ ਵਿੱਚ ਨਿਕਲਿਆ ਚੰਦਰਮਾ ਸ਼ੀਤਲਤਾ ਦਿੰਦਾ ਹੈ, ਕਿੰਨਾ ਸੋਹਣਾ ਚਮਕਦਾ ਹੈ। ਕਹਿੰਦੇ ਇਸੇ ਤਰੀਕੇ ਨਾਲ ਚਿਹਰਾ ਬੜਾ ਗੁਰੂ ਸਾਹਿਬ ਦਾ ਨੂਰਾਨੀ ਚਮਕਦਾ ਹੈ। ਬਚਨ ਸੁਦਾ ਸ਼ਰਵਤੇ ਗੁਣ ਬੁੰਦ। ਤੇ ਜਿਹੜੇ ਉਹਨਾਂ ਦੇ ਅੰਮ੍ਰਿਤ ਬਚਨ ਨੇ ਛੇਵੇਂ ਪਾਤਸ਼ਾਹ ਦੇ, ਮਾਨੋ ਕਿਸੇ ਨੇ ਕੰਨਾਂ ਵਿੱਚ ਅੰਮ੍ਰਿਤ ਚੋ ਦਿੱਤਾ ਹੋਵੇ ਜਿਹੜਾ ਤਨ ਮਨ ਨੂੰ ਸ਼ੀਤਲ ਕਰ ਦਿੰਦਾ ਹੈ। ਅੰਮ੍ਰਿਤ ਕੰਨਾਂ 'ਚ ਚੋਇਆ ਪੂਰਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ। ਕਿਸੇ ਦੇ ਬਚਨ ਠੰਡ ਪਾਉਂਦੇ ਆ, ਕਿਸੇ ਦੇ ਬਚਨ ਅੰਦਰ ਭਾਂਬੜ ਮਚਾ ਦਿੰਦੇ। ਤੇ ਗੁਰੂ ਕੇ ਬਚਨ ਤੇ ਆਤਮਿਕ ਜੀਵਨ ਦੇਣ ਵਾਲੇ ਨੇ, ਤੇ ਜਿਹੜੇ ਕੰਨਾਂ 'ਚ ਪੈਂਦੇ ਐ ਤੇ ਇਹ ਅੰਮ੍ਰਿਤ ਕਿਸੇ ਨੇ ਜਿਵੇਂ ਚੋ ਦਿੱਤਾ ਹੋਵੇ, ਇਦਾਂ ਦੇ ਬਚਨ ਨੇ ਗੁਰੂ ਸਾਹਿਬ ਦੇ। ਦੀਰਘ ਦਰਸ਼ਨ ਦੇਖਤ ਭਾਵੈ। ਜਿਹੜਾ ਸਤਿਗੁਰਾਂ ਦੇ ਸੁੰਦਰ ਦਰਸ਼ਨ ਦੇਖਦਾ ਹੈ ਨਿਹਾਲ ਹੋ ਜਾਂਦਾ ਹੈ। ਕੀਰਨਾਸਕਾ ਤੁੰਗ ਸੁਹਾਵੈ। ਕਹਿੰਦੇ ਫਿਰ ਜਿਹੜਾ ਨੱਕ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ, ਜਿਵੇਂ ਤੋਤੇ ਦਾ ਮੁੱਖ ਹੁੰਦਾ ਨਾ, ਏਦਾਂ ਤਿੱਖਾ ਉੱਚਾ ਨੱਕ ਹੈ, ਉਹ ਵੀ ਬੜਾ ਸੋਹਣਾ ਲੱਗਦਾ ਹੈ। ਕੁੰਡਲ ਕਰਨ ਜਰਾਊ ਬਨੇ। ਕਿਹੜੀ ਕਿਹੜੀ ਸ਼ੋਭਾ ਬਿਆਨ ਕਰੀਏ ਸੁੰਦਰ ਸਰੂਪ ਸਤਿਗੁਰ ਪਾਤਸ਼ਾਹ ਮਹਾਰਾਜ ਦਾ। ਡੋਲਤ ਰੁਚਰ ਲਾਗ ਧਨ ਘਾਨੇ। ਬੜੇ ਸੁੰਦਰ ਤਨ ਤੇ ਸ਼ਿੰਗਾਰ ਕੀਤੇ ਨੇ ਜਿਹੜੇ ਸਤਿਗੁਰ ਪਾਤਸ਼ਾਹ ਦੇ ਕਰਕੇ ਸ਼ਿੰਗਾਰ ਵੀ ਉਹ ਸ਼ੋਭਾਵਾਨ ਹੋ ਗਿਆ। ਕਮਲ ਪਾਂਕੁਰੀ ਚਾਰ ਸਰੀਖੀ। ਫਿਰ ਸਤਿਗੁਰ ਪਾਤਸ਼ਾਹ ਦੇ ਸੁੰਦਰ ਅੱਖਾਂ ਦੀ ਗੱਲ ਕਰੀਏ, ਜਿਵੇਂ ਕਮਲ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਪੰਖੜੀਆਂ ਹੁੰਦੀਆਂ ਨੇ ਨਾ, ਜਿਵੇਂ ਆਂਖ ਵੱਡੀ ਜੁਗ ਤੀਖੀ ਤੀਖੀ। ਵੱਡੀਆਂ ਅੱਖਾਂ ਨੇ, ਤਿੱਖੀਆਂ ਤਿੱਖੀਆਂ ਸਤਿਗੁਰਾਂ ਦੀਆਂ ਸੋਹਣੀਆਂ ਕਮਲ ਦੀਆਂ ਪੰਖੜੀਆਂ ਸਮਾਨ ਅੱਖਾਂ ਹਨ। ਬਰਨੀ ਕੁਟਲ ਕੋਰ ਸਮਬਾਨਾ। ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਇਹ ਜਿਹੜੀ ਬਰਨੀ ਹੈ, ਇਹ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਇਸ ਢੰਗ ਦੀ ਹੈ ਟੇਢੀ, ਜਿਵੇਂ ਕੋਰ ਸਮਾਨ ਜਿਹੜੇ, ਜਿਵੇਂ ਇਹ ਸਤਿਗੁਰ ਪਾਤਸ਼ਾਹ ਦਾ ਸੁੰਦਰ ਸਰੂਪ ਹੈ। ਜਿਹੜੀਆਂ ਝਿਮਣੀਆਂ ਨੇ, ਪਲਕਾਂ ਨੇ, ਇਹ ਟੇਢੀਆਂ ਤੇ ਅੱਖਾਂ ਦੇ ਕੋਏ ਜਿਹੜੇ ਨੇ ਇਹ ਜਿਹੜੇ ਤੀਰ ਵਰਗੇ ਇਦਾਂ ਤਿੱਖੇ ਹਨ। ਤਿਰਛੀ ਚਿਤਵਨ ਕਿਰਪਾ ਨਿਧਾਨਾ। ਜਿਹੜੀ ਵੇਖਣੀ ਹੈ ਨਾ ਤਿਰਛੀ, ਇਹ ਸਤਿਗੁਰੂ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਜਿੱਧਰ ਵੇਖਦੇ ਆ ਨਾ
ਵਿਘਨਾਂ ਦਾ ਨਾਸ਼ ਕਰਕੇ ਜੀਵਨ ਬਖਸ਼ਣ ਵਾਲੇ ਨਿਹਾਲ ਹੀ ਕਰੀ ਜਾਂਦੇ ਹਨ। ਦੁੰਦਬ ਸੁਰਸੋਂ ਸ਼ਬਦ ਗੰਭੀਰ, ਤੇ ਜਦੋਂ ਸਤਿਗੁਰੂ ਪਾਤਸ਼ਾਹ ਮੁਖ ਤੋਂ ਬਚਨ ਉਚਾਰਦੇ ਨੇ, ਭਰਵੀਂ ਆਵਾਜ਼ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਜਿਵੇਂ ਨਗਾੜਾ ਵੱਜਦਾ ਹੈ ਨਾ ਤੇ ਗੂੰਜ ਪੈਂਦੀ ਹੈ ਚਾਰੇ ਪਾਸੇ, ਇਦਾਂ ਸਤਿਗੁਰਾਂ ਦੀ ਭਰਵੀਂ ਆਵਾਜ਼ ਜਦੋਂ ਬਚਨ ਬੋਲਦੇ ਨੇ ਤੇ ਬੜੀ ਗੰਭੀਰ ਆਵਾਜ਼ ਬੜਾ ਆਨੰਦ ਦਿੰਦੀ ਹੈ। ਉਪਦੇਸ਼ਤ ਸਿੱਖਨ ਬਰ ਵੀਰ, ਤੇ ਜਿਹੜਾ ਹੁਣ ਜਿਵੇਂ ਨਗਾੜਾ ਵੱਜਦਾ ਹੈ ਤੇ ਅੰਦਰ ਵੀਰ ਰਸ ਪੈਦਾ ਹੁੰਦਾ ਹੈ, ਤੇ ਗੁਰੂ ਸਾਹਿਬ ਦੇ ਬਚਨ ਵੀ ਨਗਾਰੇ ਵਾਂਗੂ ਅੰਦਰ ਵੀਰ ਰਸ ਪੈਦਾ ਕਰਦੇ ਨੇ। ਅੰਦਰ ਦਾ ਡਰ ਮੁੱਕ ਜਾਂਦਾ ਹੈ ਤੇ ਹਿਰਦੇ ਦੇ ਅੰਦਰ ਵੀਰ ਰਸ ਪੈਦਾ ਹੋ ਜਾਂਦਾ ਹੈ। ਗੁਰੂ ਕੇ ਬਚਨ ਇਦਾਂ ਦੇ ਤੇਜ ਪ੍ਰਤਾਪ ਵਾਲੇ ਹਨ। ਪ੍ਰਗਟੇ ਕੁਟਲ ਕਮਾਨ ਸਮਾਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਪ੍ਰਵੱਟੇ ਹਨ, ਇਹ ਐ ਟੇਢੇ ਕਮਾਨ ਵਾਂਗੂ ਜਿਵੇਂ ਧਨੁੱਖ ਹੁੰਦਾ ਹੈ, ਇਸ ਤਰ੍ਹਾਂ ਦੇ ਪ੍ਰਵੱਟੇ ਹਨ। ਭਰਿਓ ਭਾਗ ਤੇ ਭਾਲ ਮਹਾਨਾ, ਤੇ ਮੱਥਾ ਤੇ ਐ ਭਾਗਾਂ ਨਾਲ ਹੀ ਭਰਿਆ ਹੈ, ਜਿਨ੍ਹਾਂ ਦੇ ਕਰਕੇ ਦੁਨੀਆ ਦੇ ਭਾਗ ਜਾਗਦੇ ਨੇ। ਉਹ ਜਿਹੜੇ ਦੁਨੀਆ ਦੇ ਲੇਖ ਲਿਖਣ ਵਾਲੇ ਨੇ, ਭਾਗ ਜਗਾਉਣ ਵਾਲੇ ਨੇ, ਉਹਨਾਂ ਦਾ ਜਿਹੜਾ ਮੱਥਾ ਹੈ ਉਹ ਤੇ ਭਾਗਾਂ ਨਾਲ ਹੀ ਭਰਿਆ ਹੋਇਆ ਹੈ। ਮੇਚਕ ਚਿਕਵਨ ਕੇਸ ਵਿਸ਼ੇਸ਼, ਚਿਹਰੇ ਤੇ ਜਿਹੜੇ ਕੇਸ ਨੇ ਕਾਲੇ ਰੰਗ ਦੇ, ਐ ਚਿਕਨੇ ਬੜੇ ਸੋਹਣੇ ਕੇਸ ਸ਼ੋਭਾ ਪਾਉਂਦੇ ਹਨ। ਸਿਰ ਉਸ਼ਨੀਕ ਸੁਹਾਏ ਅਸ਼ੇਸ਼, ਤੇ ਫਿਰ ਛੇਵੇਂ ਪਾਤਸ਼ਾਹ ਦੇ ਸਿਰ ਉੱਪਰ ਬੜੀ ਸੋਹਣੀ ਦਸਤਾਰ ਸਜਾਈ ਜਾਂਦੀ ਹੈ। ਕਲਗੀ ਜਿਗਾ ਜੀਬ ਜਿਨ ਜਾਹਰ, ਫਿਰ ਉਹਦੇ ਤੇ ਕਲਕੀ ਜਿਗਾ ਜਿਹੜੀ ਹੈ ਬੜੀ ਸੋਹਣੇ ਗਹਿਣਿਆਂ ਵਾਲੀ, ਤੇਜ ਪ੍ਰਤਾਪ ਵਾਲੀ, ਹੀਰਿਆਂ ਵਾਲੀ, ਉਹ ਕਲਗੀ ਜਿਹੜੀ ਹੈ ਜਿਗਾ ਉਹਦੇ ਤੇ ਸ਼ੋਭਾ ਪਾਉਂਦੀ ਹੈ। ਜਬਰ ਜੋਤ ਜਗਮਗਤ ਜਵਾਹਰ, ਇਹਦੇ ਵਿੱਚ ਲੱਗੇ ਹੋਏ ਹੀਰੇ ਜਵਾਹਰਾਤ ਬੜੀ ਜਗਮਗ ਸ਼ੋਭਾ ਪਾਉਂਦੇ ਹਨ। ਸਰਬ ਭੂਖਨ ਭੂਖਤ ਭਾਰੇ, ਇਸ ਤਰ੍ਹਾਂ ਸੋਹਣੇ ਗਹਿਣੇ ਨੇ। ਇਹ ਸਰੂਪ ਕਿਤੇ ਆਪਣੇ ਮਨ ਵਿੱਚ ਲੈ ਕੇ ਆਈਏ ਛੇਵੇਂ ਪਾਤਸ਼ਾਹ ਦਾ। ਬਰਨ ਬਰਨ ਬਰ ਸ਼ਸਤਰ ਸੁਧਾਰੇ, ਕਹਿੰਦੇ ਬੜੇ ਸੋਹਣੇ ਰੰਗ ਬਰੰਗੇ ਵਸਤਰ ਉਹਨਾਂ ਧਾਰਨ ਕੀਤੇ ਹਨ। ਧਨ ਵਿਦਿਆ ਅਭਿਆਸ ਕਮਾਵੈ, ਜਿੱਥੇ ਧਨੁੱਖ ਦੀ ਵਿਦਿਆ ਦਾ ਅਭਿਆਸ ਕਰਦੇ ਹਨ। ਕਹਿ ਕਹਿ ਖਪਰੇ ਤੀਰ ਕਰਾਵੈ, ਆਖ ਆਖ ਕੇ ਸੇਵਕਾਂ ਨੂੰ ਚੌੜੇ ਤੀਰ ਘੜ ਕੇ ਤਿਆਰ ਕਰਾਉਂਦੇ ਹਨ। ਧਰ ਧਰ ਮਾਰੈ ਦੂਰ ਨਿਸ਼ਾਨਾ, ਖਿੱਚ ਖਿੱਚ ਕੇ ਦੂਰ ਨਿਸ਼ਾਨੇ ਚਲਾਉਂਦੇ ਹਨ। ਬੜੇ ਬੇਗ ਤੇ ਛੂਟੇ ਬਾਨਾ, ਐ ਸਰ ਕਰਦੇ ਜਾ ਕੇ ਤੀਰ ਨਿਸ਼ਾਨੇ ਤੇ ਜਾ ਕੇ ਬੜੀ ਤੇਜ਼ੀ ਨਾਲ ਜਾ ਕੇ ਵਿੰਨ ਦਿੰਦੇ ਨੇ ਨਿਸ਼ਾਨੇ ਨੂੰ। ਚਾਂਪ ਕਠੋਰ ਕਹਿਤ ਬਨਵਾਵੈ, ਫਿਰ ਸਤਿਗੁਰੂ ਜੀ ਇੱਕ ਮਜ਼ਬੂਤ ਧਨੁੱਖ ਆਪ ਕਹਿ ਕੇ ਮਜ਼ਬੂਤ ਧਨੁੱਖ ਤਿਆਰ ਕਰਾਉਂਦੇ ਨੇ। ਬੜ ਬਲ ਕਰ ਜੋ ਐਂਚੋਂ ਜਾਵੇ, ਜਿਹੜੇ ਬਲ ਤੇ ਕਰਕੇ ਤਾਕਤ ਕਰਕੇ ਖਿੱਚਿਆ ਜਾਵੇ। ਜਣਾ ਖਣਾ ਬੰਦਾ ਉਹਨੂੰ ਚੁੱਕ ਵੀ ਨਹੀਂ ਸਕਦਾ, ਤੇ ਉਹਦੀ ਜਿਹੜੀ ਡੋਰ ਪ੍ਰਤਿੰਚਾ ਤੰਦੀ ਨੂੰ ਖਿੱਚਣ ਦੀ ਕਿਹਦੀ ਸਮਰੱਥਾ, ਇਹ ਤੇ ਛੇਵੇਂ ਪਾਤਸ਼ਾਹ ਹੀ ਤਾਕਤ ਕਰਕੇ ਖਿੱਚਣ ਵਾਲੇ ਹਨ। ਸੰਮਤ ਏਕ ਬਿਤੈ ਪੁਨ ਕਹੈ, ਇਸ ਤਰੀਕੇ ਨਾਲ ਅਭਿਆਸ ਕਰਦਿਆਂ ਸੰਗਤ ਜੀ ਛੇਵੇਂ ਪਾਤਸ਼ਾਹ ਨੂੰ ਇਹ ਸਾਲ ਭਰ ਦਾ ਸਮਾਂ ਹੋ ਗਿਆ। ਧਨ ਦੁਗਨੋ ਦਿੜ ਕਰ ਮਹਿ ਗਹੈ, ਤੇ ਸਾਲ ਬਾਅਦ ਜਿਹੜੇ ਧਨੁੱਖ ਜਿੰਨੇ ਕੁ ਤਾਕਤ ਵਾਲਾ ਸੀ ਉਸ ਤੋਂ ਦੁਗਣੀ ਤਾਕਤ ਦਾ, ਉਸ ਤੋਂ ਵਧਾ ਕਰਕੇ ਹੋਰ ਤਾਕਤ ਵਾਲਾ ਇਹ ਧਨੁੱਖ ਤਿਆਰ ਕਰਾ ਲੈਂਦੇ ਸਨ। ਜੰਗੀ ਤੀਰ ਫੁਲਾਦੀ ਖਪਰੇ, ਵੱਡੇ ਵੱਡੇ ਚੌੜੇ ਚੌੜੇ ਵੱਡੀ ਫੁਲਾਦ ਦੇ ਜੰਗ ਵਿੱਚ ਕੰਮ ਆਉਣ ਵਾਲੇ ਤੀਰ ਤਿਆਰ ਕਰਾਉਂਦੇ ਹਨ। ਕਹਿ ਕਹਿ ਬ੍ਰਿੰਦ ਕਰਾਵਹਿ ਅਪਰੇ, ਇਸ ਤਰ੍ਹਾਂ ਹੋਰ ਵੀ ਸੋਹਣੇ ਸੋਹਣੇ ਸ਼ਸਤਰ ਤੀਰ ਆਦਿਕ ਕਹਿ ਕੇ ਸਤਿਗੁਰੂ ਬਹੁਤ ਤਿਆਰ ਕਰਾਉਂਦੇ ਹਨ। ਹੇਰ ਹੇਰ ਤੀਖਨ ਵੱਡ ਤੀਰ, ਇਹਨਾਂ ਸ਼ਸਤਰਾਂ ਵੱਲ ਸਤਿਗੁਰੂ ਪਾਤਸ਼ਾਹ ਤੀਰਾਂ ਵੱਲ ਜਦੋਂ ਵੇਖਦੇ ਹਨ, ਸ੍ਰੀ ਸਤਿਗੁਰ ਹਰ ਗੋਬਿੰਦ ਧੀਰ, ਸਤਿਗੁਰੂ ਜੀ ਧੀਰ ਜਵਾਨ ਆਪਣੇ ਮਨ ਵਿੱਚ ਇਵੇਂ ਵਿਚਾਰਦੇ ਹੋਣਗੇ, ਤੁਰਕ ਸ਼ਤਰਗਨ ਅੰਗ ਮਝਾਰਾ, ਕਿ ਕਦੋਂ ਸਮਾਂ ਆਏਗਾ ਜਦੋਂ ਤੁਰਕਾਂ ਵੈਰੀਆਂ ਦੇ ਸੀਨਿਆਂ ਦੇ ਉੱਪਰ ਇਹਦਾ ਵਾਰ ਕੀਤਾ ਜਾਏਗਾ। ਮਮ ਕਰਤੇ ਪਰ ਵਿਸ਼ਹ ਕਿਸ ਬਾਰਾ, ਮੇਰੇ ਹੱਥੋਂ ਕਦੋਂ ਇਹ ਤੀਰ ਨਿਕਲ ਕਰਕੇ ਪਾਪੀਆਂ ਦੇ ਸੀਨਿਆਂ ਨੂੰ ਚੀਰਦੇ ਹੋਏ ਉਹਨਾਂ ਪਾਪੀਆਂ ਦਾ ਨਾਸ਼ ਕਰਨਗੇ। ਕਬੋਂ ਜੰਗ ਮੈਂ ਹੋਏ ਨਿਸੰਗ, ਕਵੀ ਜੀ ਕਹਿੰਦੇ ਸੋਚਦੇ ਹੋਣਗੇ ਇਸ ਤਰੀਕੇ ਦੇ ਵਿਚਾਰ, ਕਦੇ ਜੰਗ ਵਿੱਚ ਜੜ ਕੇ ਨਿਸੰਗ ਹੋ ਕਰਕੇ ਜਦੋਂ ਵਾਰ ਕਰਾਂਗੇ। ਕਰੋ ਪ੍ਰਹਾਰਨ ਖਰਨ ਖਤੰਗ, ਇਹਨਾਂ ਤੀਰਾਂ ਦੇ ਨਾਲ, ਤਿੱਖੇ ਤੀਰਾਂ ਨਾਲ ਜ਼ਾਲਮਾਂ ਤੇ ਵਾਰ ਕੀਤੇ ਜਾਣਗੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਸਤਰ ਅਭਿਆਸ ਜਿੱਥੇ ਕਰਦੇ ਆ ਕੇ ਸੰਗਤਾਂ ਜਿਵੇਂ ਉਹਨਾਂ ਦਾ ਰੂਪ ਚਿਤਵਦੀਆਂ ਨੇ, ਦੇਸ਼ ਵਿਦੇਸ਼ ਵਿੱਚ ਸ਼ੋਭਾ ਹੁੰਦੀ ਹੈ, ਫੌਜ ਵੱਧਦੀ ਜਾਂਦੀ ਹੈ। ਉਧਰ ਦੂਸਰੇ ਪਾਸੇ ਚੰਦੂ ਪਾਪੀ, ਇਹ ਵੀ ਜਿਵੇਂ ਦਿੱਲੀ ਪਹੁੰਚਦਾ ਏ, ਇਹਦੇ ਮਨ ਵਿੱਚ ਹੈ ਕਿ ਲੋਕਾਂ ਤੋਂ ਗੱਲ ਹੁਣ ਲੁਕੀ ਛਿਪੀ ਰਵੇ, ਪਤਾ ਨਾ ਲੱਗੇ। ਉਹ ਕਿਵੇਂ ਵਿਉਂਤਾਂ ਬਣ ਕੇ ਫਿਰ ਸ਼ਗਨ ਵਾਸਤੇ
ਆਪਣੀਆਂ ਤਿਆਰੀਆਂ ਕਰਦਾ ਹੈ, ਉੱਥੇ ਕਿਵੇਂ ਦਿੱਲੀ 'ਚ ਰਲਗੜ ਕਰਦਾ ਹੈ। ਪ੍ਰਸੰਗ ਆਪਾਂ ਕੱਲ ਅਗਲੇ ਦੀਵਾਨ ਵਿੱਚ ਸਰਵ ਨਾਲ ਬੇਨਤੀ ਹੈ ਸੰਗਤ ਜੀ, 1 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਹਿਰ ਜਿਹੜੀ 1873 ਵਿੱਚ ਆਰੰਭ ਹੋਈ ਸੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਉਹਦੀ 150 ਸਾਲਾ ਸ਼ਤਾਬਦੀ 1 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ। ਆਪ ਸਾਰਿਆਂ ਨੇ ਉੱਥੇ ਹਾਜ਼ਰੀਆਂ ਵੀ ਭਰਨੀਆਂ, ਲਾਈਵ ਸਮਾਗਮ ਵੀ ਚੱਲਣਗੇ। ਸਤਿਗੁਰੂ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਭੁੱਲ ਚੁੱਕ ਦੀ ਖਿਮਾ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤੁਰਕ ਸ਼ਤਰ ਗਨ ਅੰਗ ਬਜਾਰਾ, ਮਮ ਕਰਤੇ ਪਰ ਵਿਸ਼ਹਿ ਕਿਸ ਬਾਰਾ। ਕਬਹੁ ਜੰਗ ਮੈਂ ਹੋਏ ਨਿਸੰਗ, ਕਰੋ ਪ੍ਰਹਾਰਨ ਖਰਨ ਖਤੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।